ਅੱਜ ਦੀਵਾਲੀ ਨੂੰ ਲੈ ਕੇ ਬੰਦੀ ਛੋੜ ਦਿਵਸ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਦਰਸ਼ਕ ਵੀ ਆਪਣੀ ਗੱਲਬਾਤ ਜਿਹੜੀ ਆ ਜ਼ਰੂਰ ਰੱਖਣ ਕਿ ਕਿਹੜੇ ਤਰੀਕੇ ਦੇ ਨਾਲ ਉਹ ਇਸ ਤਿਉਹਾਰ ਨੂੰ ਬੰਦੀ ਛੋੜ ਦਿਵਸ ਨੂੰ ਔਰ ਦੀਵਾਲੀ ਨੂੰ ਮਨਾਉਣਾ ਪਸੰਦ ਕਰਦੇ ਹਨ। ਆਪਾਂ ਆਪਣੇ ਜਿਹੜਾ ਸਾਰਾ ਪ੍ਰੋਗਰਾਮ ਹੈ ਉਹ ਦੀਵਾਲੀ ਨੂੰ ਸਮਰਪਿਤ ਕੀਤਾ ਜਾਵੇ ਕਿਉਂਕਿ ਪਿਛਲੇ 2-3 ਸਾਲਾਂ ਦੇ ਦੌਰਾਨ ਕਰੋਨਾ ਕਾਲ ਨੇ ਕਿਸ ਤਰੀਕੇ ਦੇ ਨਾਲ ਸਭ ਕੁਝ ਤਹਿਸ-ਨਹਿਸ ਕੀਤਾ, ਲੋਕਾਂ ਦੇ ਕਾਰੋਬਾਰ ਠੱਪ ਹੋ ਗਏ। तो ये चार धर्म ने और प्रमुख तौर पर जेकर दिवाली के त्यौहार की गल करिए तो ये चारे धर्म ने जिहड़े अपने अपने हिसाब नाल दिवाली का त्यौहार है जिहड़ा मनाउंदे ने। रीजन की है कि इन केस जां उहनूं सजाए मौत देणगे जां उहनूं रिहा करनगे ਤਾਂ हुकूमत ਨੂੰ ਇਹ ਲੱਗਦਾ ਹੈ ਵੀ ਲੋਕ ਕਿਤੇ ਨਾ ਕਿਤੇ ਜੇ ਇਹ ਦੋ ਚੀਜ਼ਾਂ ਕਰਦੇ ਆ ਤਾਂ ਕੋਈ ਵੱਡੀ ਮੂਵਮੈਂਟ ਜਾਂ ਸਟਰਗਲ ਨਾ ਖੜੀ ਹੋ ਜਾਵੇ। ਜੀ ਆਸ ਹੁੰਦੀ ਸੀ ਵੀ ਉਹਦੇ ਵਿੱਚ ਸਿਲਾਂ ਹੋਣਗੀਆਂ, ਉਹਦੇ ਵਿੱਚ ਖਿੱਲਾਂ ਹੋਣਗੀਆਂ ਤੇ ਉਹਦੇ ਵਿੱਚ ਖੇਡਣੇ ਹੋਣਗੇ ਤੇ ਜਵਾਕ ਉਹਨਾਂ ਨਾਲ ਹੀ ਬੜੇ ਖੁਸ਼ ਹੋ ਜਾਂਦੇ ਸੀ। ਤੇ ਅੱਜ ਦੇ ਮਾਪੇ ਆਪਣੇ ਬੱਚਿਆਂ ਨੂੰ ਇੰਨੇ ਵੱਡੇ ਵੱਡੇ ਗਿਫਟ ਦੇ ਦਿੰਦੇ ਨੇ, ਫਿਰ ਵੀ ਬੱਚੇ ਨਾਰਾਜ਼ ਹੋ ਜਾਂਦੇ ਨੇ ਕਿ ਨਹੀਂ ਮੁਝੇ ਇਹ ਨਹੀਂ, ਮੁਝੇ ਤਾਂ ਇਹ ਚਾਹੀਏ ਥਾ। ਇਹਨੇ ਤੁਹਾਨੂੰ ਪੂਰੀ ਦੁਨੀਆ ਦੇ ਨਾਲ ਕਹਿ ਲਓ ਵੀ ਕਨੈਕਟ ਕਰਤਾ ਜਾਂ ਐਂ ਕਹਿ ਲਈਏ ਵੀ ਦੁਨੀਆ ਨਾਲ ਕਨੈਕਟ ਕਰਤਾ ਤੇ ਪਰਿਵਾਰ ਨਾਲ ਤੋੜਤਾ, ਇਹ ਵੀ ਕਹਿ ਸਕਦੇ ਆ। ਮਤਲਬ ਐਂਗਲ ਹੈ ਦੇਖਣ ਦਾ, ਕਿਸੇ ਵੀ ਤਰੀਕੇ ਨਾਲ ਦੇਖ ਸਕਦੇ ਆ ਇਸ ਚੀਜ਼ ਨੂੰ। ਮਿਠਾਈਆਂ ਨੂੰ ਅਸੀਂ ਬੜਾ ਚੱਕ ਕੇ ਖਾਂਦੇ ਆ ਕਿ ਜੀ ਖੋਏ ਵਾਲੀ ਮਿਠਾਈ ਹੈ, ਖੋਏ ਵਾਲੀ ਬਰਫੀ ਹੈ ਜਾਂ ਪੇੜੇ ਨੇ, ਉਹਨਾਂ ਦੇ ਵਿੱਚ ਵਾਲ ਪੁੱਟੀ ਭਰ ਕੇ ਮਨਾ ਕਿਸ ਤਰੀਕੇ ਦੇ ਨਾਲ ਬਾਜ਼ਾਰਾਂ ਦੇ ਵਿੱਚ ਪੇਸ਼ ਕੀਤੀ ਜਾ ਰਹੀ ਹੈ ਤੇ ਅਸੀਂ ਸਵਾਦ ਲੈ ਕੇ ਖਾ ਰਹੇ ਹਾਂ। ਤਾਂ 3-4 ਦਿਨਾਂ ਦੇ ਵਿੱਚ ਹੀ ਅਜਿਹੀਆਂ ਬਹੁਤ ਖਬਰਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਕਿ ਬਿਮਾਰੀਆਂ ਇਸ ਹਾਲਤ ਵੱਧ ਗਈਆਂ ਨੇ। ਪਰ ਮੈਨੂੰ ਲੱਗਦਾ ਕਿ ਵੈਸਟਰਨ ਵਰਲਡ ਦਾ 버ਗਰ ਤੇ ਪੀਜ਼ਾ ਜਿਹੜਾ ਉਹ ਦੁਨੀਆ ਦੇ ਉੱਪਰ ਉਹਨੇ ਅਲੱਗ ਹੀ ਛਾਪ ਛੱਡੀ ਹੈ। ਉਹ ਫਿਰ ਉਹ ਕਿਤੇ ਨਾ ਕਿਤੇ ਸਾਡੇ ਬੱਚਿਆਂ ਨੂੰ ਵੀ ਦੂਰ ਤੋਂ ਹੀ ਕਿਤੇ ਉਹ ਪੈਂਫਲੇਟ ਦੇਖ ਲੈਣ ਜਾਂ ਹੋਰ ਦੇਖ ਲੈਣ, ਉਹ ਫਿਰ ਦੂਰ ਤੋਂ ਹੀ ਉਹਨਾਂ ਨੂੰ ਅਟਰੈਕਟ ਕਰਦਾ ਵੀ ਹੈ। ਪਟਾਕੇ ਚਲਾਉਣ ਦੇ ਨਾਲ ਜਿੱਥੇ ਲੋਕਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤਾਂ ਉੱਥੇ ਹਜ਼ਾਰਾਂ ਦੀ ਏਕੜ ਦੇ ਵਿੱਚ ਜਿਹੜੇ ਪਟਾਕੇ ਨੇ ਉਹ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਫੈਲਾ ਦਿੰਦੇ ਨੇ। ਤਾਂ ਅਗਲੇ ਹੀ ਦਿਨ ਲੋਕਾਂ ਦਾ ਸਾਹ ਆਉਣਾ ਬੰਦ ਹੋ ਜਾਂਦਾ ਹੈ ਨਾ। ਵੈਸੇ ਤਾਂ ਦੀਵਾਲੀ ਹੈ ਜਿਹੜਾ ਨਵਦੀਪ ਉਹ ਰੌਸ਼ਨੀ ਦਾ ਤਿਉਹਾਰ ਹੈ, ਮਿਠਾਈਆਂ ਦਾ ਤਿਉਹਾਰ ਹੈ ਔਰ ਉਸ ਨੂੰ ਉਸ ਤਰੀਕੇ ਨਾਲ ਹੀ ਮਨਾਈਏ ਤਾਂ ਮੇਰੇ ਖਿਆਲ ਜ਼ਿਆਦਾ ਬਿਹਤਰ ਹੈ। ਪਟਾਕੇ ਜੇ ਆਪਾਂ ਨਾ ਵੀ ਚਲਾਈਏ ਤਾਂ ਕੋਈ ਐਡੀ ਜ਼ਿਆਦਾ ਕੋਈ ਘਾਟ ਨਹੀਂ ਪੈਣ ਲੱਗੀ ਵੀ ਕੋਈ ਜ਼ਿਆਦਾ ਘਾਟ ਪੈ ਜਾਏਗੀ। ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ ਜੇ ਅਸੀਂ ਗੱਲ ਕਰ ਲਈ ਜਾਈਏ, ਕਿਤੇ ਵੀ ਕੋਈ ਵੱਡਾ ਹਮਲਾ ਹੋਇਆ, ਕੋਈ ਘਰ ਬਰਬਾਦ ਹੋਇਆ ਹੈ ਨਾ, ਕੋਈ ਸਲਤਨਤ ਆਪਾਂ ਕਹਿ ਦਈਏ ਤਬਾਹ ਹੋਈ ਹੈ, ਤਾਂ ਇਹੀ ਕਿਹਾ ਜਾਂਦਾ ਕਿ ਵਿੱਚ ਵਾਲਿਆਂ ਦਾ ਹੀ ਵੱਡਾ ਹੱਥ ਰਿਹਾ। ਜਿਹਨੂੰ ਅੰਦਰ ਦੇ ਭੇਤ ਪਤਾ ਹੋਣ ਵੀ ਇਹ ਸ਼ਖਸ ਦੀਆਂ ਦੁੱਖ ਦੀਆਂ ਰਗਾਂ ਕਿਹੜੀਆਂ ਨੇ ਤਾਂ ਉਹ ਡੈਫੀਨੇਟਲੀ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਉਹ ਇਹ ਗੱਲ ਇਕੱਲੇ ਸ਼ਖਸ ਤੇ ਨਹੀਂ ਲਾਗੂ ਹੁੰਦੀ, ਇਹ ਗੱਲ ਮੁਲਕਾਂ ਤੇ ਵੀ ਲਾਗੂ ਹੁੰਦੀ ਹੈ, ਇਹ ਗੱਲ ਸਮਾਜ ਤੇ ਵੀ ਲਾਗੂ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫ਼ਤੇ ਦੇ ਵਿੱਚ 2 ਦਿਨ ਲਾਈਵ ਅਸੀਂ ਲੈ ਕੇ ਆਉਂਦੇ ਵੱਖ-ਵੱਖ ਅਖਬਾਰਾਂ ਦੀਆਂ ਸਰਗਰਮੀਆਂ। ਤੁਸੀਂ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ, ਜਿਸ ਦੇ ਲਈ ਲਗਾਤਾਰ 2 ਨੰਬਰ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਨੰਬਰ ਤੇ ਤੁਸੀਂ ਸਾਨੂੰ ਕਾਲ ਕਰੀਏ ਤੇ ਸਿੱਧਾ ਰਾਬਤਾ ਬਣਾਉਣਾ ਜੀ। ਚੰਡੀਗੜ੍ਹ ਸੂਬੇ ਦੇ ਵਿੱਚ ਪਹਿਲਾ ਨੰਬਰ ਹੈਗਾ 888 923 2656। ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ ਡਾਇਰੈਕਟ ਇਸ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਤੇ ਪੰਜਾਬ ਤੇ ਭਾਰਤ ਦੇ ਵਸਨੀਕਾਂ ਦੇ ਲਈ ਅਸੀਂ ਨੰਬਰ ਰੱਖਿਆ ਹੋਇਆ 88 725 88 835। ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੀ ਗਲੀ ਮੁਹੱਲੇ ਦੀ ਕੋਈ ਵੱਡੀ ਖਬਰ ਹੁੰਦੀ ਹੈ, ਤੁਸੀਂ ਅਕਸਰ ਸਾਡੇ ਨਾਲ ਇਹਨਾਂ ਹੀ ਨੰਬਰਾਂ ਤੇ ਸਾਂਝੀ ਕਰਦੇ ਹੋ। ਪਰ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਕੀਤੀ ਜਾਵੇ ਦੀਵਾਲੀ ਨੂੰ ਲੈ ਕੇ, ਗੱਲਬਾਤ ਕੀਤੀ ਜਾਵੇ ਬੰਦੀ ਛੋੜ ਦਿਵਸ ਨੂੰ ਲੈ ਕੇ, ਕਿਉਂਕਿ ਅੱਜ ਦਾ ਦਿਹਾੜਾ ਬੇਹੱਦ ਖਾਸ ਹੈ। ਸੋ ਜਿੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਦਰਸ਼ਕ ਬੈਠੇ ਨੇ ਸਾਡੇ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ, ਉਹਨਾਂ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਵਧਾਈਆਂ ਜੀ। ਤੇ ਹੁਣ ਅਸੀਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਬਲਦੀਪ ਸਿੰਘ ਕੰਗ ਜੀ ਦਾ। ਸਤਿ ਸ਼੍ਰੀ ਅਕਾਲ ਬਲਦੀਪ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ ਜੀ, ਬਹੁਤ ਸ਼ੁਕਰੀਆ। ਤੇ ਦੀਵਾਲੀ ਦੀਆਂ ਸਾਡੇ ਦਰਸ਼ਕਾਂ ਨੂੰ ਬਹੁਤ ਮੁਬਾਰਕਾਂ, ਬੰਦੀ ਛੋੜ ਦਿਵਸ ਦੀਆਂ ਬਹੁਤ ਵਧਾਈਆਂ ਨੇ। ਔਰ ਅੱਜ ਦੀਵਾਲੀ ਨੂੰ ਲੈ ਕੇ, ਬੰਦੀ ਛੋੜ ਦਿਵਸ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਦਰਸ਼ਕ ਵੀ ਆਪਣੀ ਗੱਲਬਾਤ ਜਿਹੜੀ ਆ ਜ਼ਰੂਰ ਰੱਖਣ ਕਿ ਕਿਹੜੇ ਤਰੀਕੇ ਦੇ ਨਾਲ ਉਹ ਇਸ ਤਿਉਹਾਰ ਨੂੰ, ਬੰਦੀ ਛੋੜ ਦਿਵਸ ਨੂੰ ਔਰ ਦੀਵਾਲੀ ਨੂੰ ਮਨਾਉਣਾ
ਪਸੰਦ ਕਰਦੇ ਨੇ। ਜੀ ਬਿਲਕੁਲ। ਸੋ ਸ਼ੋ ਲਗਾਤਾਰ ਲਾਈਵ ਚੱਲ ਰਿਹਾ ਜੀ ਟੈਲੀਵਿਜ਼ਨ ਦੇ ਜ਼ਰੀਏ, ਤੁਸੀਂ ਸਾਨੂੰ ਲਾਈਵ ਦੇਖ ਰਹੇ ਹੋ ਤੇ ਨਾਲ ਫੇਸਬੁੱਕ ਵਾਲੇ ਦਰਸ਼ਕ ਨੂੰ ਵੀ ਜਿਹੜੇ ਨੇ ਬਹੁਤ ਵਧਾਈਆਂ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੇ। ਉੱਥੇ ਵੀ ਤੁਸੀਂ ਕਮੈਂਟਸ ਦੇ ਜ਼ਰੀਏ ਆਪਣੀਆਂ ਵਧਾਈਆਂ ਭੇਜ ਸਕਦੇ ਹੋ ਤੇ ਨਾਲੇ ਆਪਣੇ ਸਵਾਲ ਤੇ ਸੁਝਾਅ ਜਿਹੜੇ ਉਹ ਰੱਖ ਸਕਦੇ ਹੋ। ਕਈ ਵਾਰੀ ਕੋਈ ਵੱਡੀ ਜਾਂ ਅਹਿਮ ਖਬਰ ਹੁੰਦੀ ਹੈ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਸਕਦੇ ਹੋ, ਪਰ ਅੱਜ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਦੀਵਾਲੀ ਨੂੰ ਲੈ ਕੇ ਜਾਂ ਬੰਦੀ ਛੋੜ ਦਿਵਸ ਨੂੰ ਲੈ ਕੇ ਹੀ ਹੋਣਗੀਆਂ। ਕੋਸ਼ਿਸ਼ ਕਰੀਏ ਕਿ ਆਪਾਂ ਆਪਣੇ ਜਿਹੜਾ ਸਾਰਾ ਪ੍ਰੋਗਰਾਮ ਹੈ ਉਹ ਦੀਵਾਲੀ ਨੂੰ ਸਮਰਪਿਤ ਕੀਤਾ ਜਾਵੇ, ਕਿਉਂਕਿ ਪਿਛਲੇ 2-3 ਸਾਲਾਂ ਦੇ ਦੌਰਾਨ ਕਰੋਨਾ ਕਾਲ ਨੇ ਕਿਸ ਤਰੀਕੇ ਦੇ ਨਾਲ ਸਭ ਕੁਝ ਤਹਿਸ ਨਹਿਸ ਕੀਤਾ। ਲੋਕਾਂ ਦੇ ਕਾਰੋਬਾਰ ਠੱਪ ਹੋ ਗਏ, ਬਹੁਤ ਸਾਰੀਆਂ ਰੂਹਾਂ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਈਆਂ, ਬਹੁਤ ਸਾਰੇ ਇਨਸਾਨ ਜੋ ਅੱਜ ਸਾਡੇ ਵਿਚਕਾਰ ਨਹੀਂ ਰਹੇ। ਪਰ 3 ਸਾਲਾਂ ਬਾਅਦ ਮਾਹੌਲ ਹੌਲੀ ਹੌਲੀ ਸੁਖਾਵਾਂ ਜਿਹਾ ਬਣਨਾ ਸ਼ੁਰੂ ਹੋਇਆ। ਲੋਕਾਂ ਦੇ ਕਾਰੋਬਾਰ ਨੇ ਜਿਹੜੇ ਮੁੜ ਤੋਂ ਉਭਰਨੇ ਸ਼ੁਰੂ ਹੋਏ ਨੇ, ਮੁੜ ਤੋਂ ਅਸੀਂ ਕਹਿ ਸਕਦੇ ਹਾਂ ਕਿ ਪਟੜੀ ਤੇ ਪੈ ਗਏ ਨੇ। ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਾਂਗੇ ਕਿ ਸਾਰੇ ਦੇ ਕਾਰੋਬਾਰ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਣ, ਸਾਰੇ ਖੂਬ ਸਾਰੀਆਂ ਕਮਾਈਆਂ ਕਰਨ। ਦੀਵਾਲੀ ਦੇ ਤਿਉਹਾਰ ਤੇ ਲੋਕ ਬਹੁਤ ਸਾਰੀਆਂ ਸ਼ਾਪਿੰਗਸ ਕਰਦੇ ਨੇ। ਸੋ ਮਾਲਸ ਦੇ ਵਿੱਚ, ਬਾਜ਼ਾਰਾਂ ਦੇ ਵਿੱਚ, ਦੁਕਾਨਾਂ ਤੇ ਵੱਡੀਆਂ ਜਿਹੜੀਆਂ ਨੇ ਲਾਈਨਾਂ ਲੱਗੀਆਂ ਹੋਈਆਂ ਨੇ ਲੋਕਾਂ ਦੀਆਂ ਖਰੀਦਦਾਰੀ ਕਰਨ ਨੂੰ ਲੈ ਕੇ, ਭਾਵੇਂ ਉਹ ਕੱਪੜੇ ਦੀ ਖਰੀਦਦਾਰੀ ਹੋਵੇ, ਮਿਠਾਈਆਂ ਦੀ ਖਰੀਦਦਾਰੀ ਹੋਵੇ, ਪਟਾਕਿਆਂ ਦੀ ਖਰੀਦਦਾਰੀ ਹੋਵੇ, ਸੋਹਣੇ ਜਵੈਲਰੀ ਦੀ ਜਿਹੜੀ ਹੈਗੀ ਹੈ ਉਹ ਖਰੀਦਦਾਰੀ ਹੋਵੇ। ਸੋ ਅੱਜ ਇਸੇ ਹੀ ਜਿਹੜੇ ਨੇ ਮਸਲੇ ਤੇ ਆਪਾਂ ਬਣੇ ਰਵਾਂਗੇ। ਸੋ ਆਪਾਂ ਪਹਿਲਾਂ ਬਲਦੀਪ ਜੀ ਵੱਲ ਵਧਦੇ। ਬਲਦੀਪ ਜੀ, ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਭਾਰਤ ਦੀ ਸਮੇਂ ਦੇ ਮੁਤਾਬਿਕ। ਜਿਹੜੀ ਦੀਵਾਲੀ ਆ ਉਹ ਅੱਜ ਹੈ ਤੇ ਬਾਕੀ ਦੇਸ਼ਾਂ ਦੇ ਵਿੱਚ ਜਿਵੇਂ ਟਾਈਮਿੰਗ ਦਾ ਫਰਕ ਹੈ, ਕਿਸੇ ਦੇ ਹੈਗੀ ਹੈ ਕਿ ਹੁਣ ਰਾਤ ਚੱਲ ਰਹੀ ਹੈ ਜਾਂ ਇਸ ਤੋਂ ਬਾਅਦ ਦਿਨ ਚੜ੍ਹੇਗਾ, ਤਾਂ ਉਸ ਹਿਸਾਬ ਦੇ ਨਾਲ ਦੀਵਾਲੀ ਮਨਾਈ ਜਾਣੀ ਹੈ। ਤੇ ਕਈਆਂ ਦਾ 10-10, 12-12 ਘੰਟੇ ਦਾ ਵੀ ਫਰਕ ਹੈ, ਉਹਨਾਂ ਦੀ ਕੱਲ੍ਹ ਨੂੰ ਵੀ ਜਿਹੜੀ ਦੀਵਾਲੀ ਹੈ ਉਹ ਮਨਾਈ ਜਾ ਰਹੀ ਹੈ। ਪਰ ਗੁਰੂ ਘਰਾਂ ਦੇ ਵਿੱਚ ਜੋ ਚਹਿਲ ਪਹਿਲ ਚੱਲ ਰਹੀ ਹੈ, ਸ਼੍ਰੀ ਅਖੰਡ ਪਾਠ ਸਾਹਿਬ ਦੇ ਜਿਹੜੇ ਪ੍ਰਕਾਸ਼ ਕਰਵਾਏ ਜਾ ਰਹੇ ਨੇ, ਉਹ ਭੋਗ ਪਾਏ ਜਾਣਗੇ, ਤਾਂ ਸੰਗਤ ਦੇ ਵਿੱਚ ਵੀ ਬੜਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸੋ ਤੁਸੀਂ ਬੰਦੀ ਛੋੜ ਦਿਵਸ ਦੇ ਬਾਰੇ ਦੇ ਵਿੱਚ ਸੰਗਤ ਦੇ ਨਾਲ ਜ਼ਰੂਰ ਸਾਂਝਾ ਕਰੋ। ਬਿਲਕੁਲ ਨਵਦੀਪ, ਦੀਵਾਲੀ ਔਰ ਬੰਦੀ ਛੋੜ ਦਿਵਸ ਹੈ ਜਿਹੜਾ ਉਹ ਭਾਰਤ ਦੇ ਵਿੱਚ ਮਨਾਇਆ ਜਾਂਦਾ, ਔਰ ਭਾਰਤ ਦੇ ਲੋਕ ਜਿੱਥੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਜ਼ਾਹਿਰ ਗੱਲ ਹੈ ਵੀ ਉੱਥੇ ਵੀ ਇਹ ਤਿਉਹਾਰ ਹੈ ਜਿਹੜਾ ਉਹ ਬੜੀ ਧੂਮਧਾਮ ਦੇ ਨਾਲ, ਖੁਸ਼ੀ ਨਾਲ ਜਿਹੜਾ ਉਹ ਭਾਰਤੀ ਔਰ ਪੰਜਾਬੀ ਜਿਹੜੇ ਨੇ ਮਨਾਉਂਦੇ ਨੇ। ਬੇਸਿਕਲੀ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਮੁੱਖ ਤੌਰ ਤੇ 4 ਧਰਮ ਨੇ ਜਿਹੜੇ ਉਹ ਉਹਨਾਂ ਦਾ ਉਦੈ ਹੁੰਦਾ ਕਹਿ ਲਓ, ਜਾਂ ਉਹਨਾਂ ਦਾ ਜਨਮ ਇਸ ਧਰਤੀ ਦੇ ਉੱਪਰ ਆਪਾਂ ਕਹਿ ਸਕਦੇ ਹਾਂ, ਜਿਸ 'ਚ ਕਿ ਸਨਾਤਨ ਮਤ ਇੱਕ ਆ ਜਾਂਦਾ, ਜਿਸ ਨੂੰ ਆਪਾਂ ਹਿੰਦੂ ਧਰਮ ਵੀ ਮਤਲਬ ਵਾਈਡਲੀ ਕਹਿ ਦਿੰਦੇ ਹਾਂ ਆਪਾਂ, ਬੇਸਿਕਲੀ ਸਨਾਤਨ ਮਤ, ਔਰ ਜੈਨ ਮਤ, ਬੌਧ ਮਤ, ਇਹ 3 ਧਰਮ, ਔਰ ਸਭ ਤੋਂ ਨਵਾਂ ਧਰਮ ਜਿਹੜਾ ਆਪਾਂ ਕਹਿੰਦੇ ਹਾਂ ਕਿ ਸਿੱਖ ਮਤ ਜੀ। ਤੋ ਇਹ 4 ਧਰਮ ਨੇ, ਔਰ ਪ੍ਰਮੁੱਖ ਤੌਰ ਤੇ ਜੇਕਰ ਦੀਵਾਲੀ ਦੇ ਤਿਉਹਾਰ ਦੀ ਗੱਲ ਕਰੀਏ ਤਾਂ ਇਹ ਚਾਰੇ ਧਰਮ ਨੇ ਜਿਹੜੇ ਉਹ ਆਪਣੇ ਆਪਣੇ ਹਿਸਾਬ ਨਾਲ ਦੀਵਾਲੀ ਦਾ ਤਿਉਹਾਰ ਹੈ ਜਿਹੜਾ ਉਹ ਮਨਾਉਂਦੇ ਨੇ। ਸਿੱਖ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੇ ਨੇ। ਆਪਾਂ ਗੱਲ ਕਰੀਏ ਸਨਾਤਨ ਮਤ ਦੇ ਲੋਕਾਂ ਦੀ, ਤਾਂ ਉਹ ਜਿਹੜੇ ਹਿੰਦੂ ਨੇ ਉਹ ਇਸ ਨੂੰ, ਕਿਉਂਕਿ ਸ਼੍ਰੀ ਰਾਮ ਚੰਦਰ ਜੀ ਜਿਸ ਨੂੰ ਕਿ ਤ੍ਰੇਤੇ ਯੁੱਗ ਦਾ ਅਵਤਾਰ ਜਿਹੜਾ ਉਹ ਕਿਹਾ ਜਾਂਦਾ ਹੈਗਾ, ਔਰ ਉਹ ਜਦੋਂ ਰਾਵਣ ਦਾ ਦਹਨ ਕਰਕੇ ਉਸ ਤੋਂ ਬਾਅਦ ਜਿਹੜਾ ਪਹੁੰਚਦੇ ਨੇ, ਅਯੋਧਿਆ ਪਹੁੰਚਦੇ ਨੇ, ਤਾਂ ਦੀਪਮਾਲਾ ਹੁੰਦੀ ਹੈ। ਤਾਂ ਉਹ ਹਿੰਦੂ ਮਤ ਨੇ, ਜਿਹੜੇ ਸਨਾਤਨ ਮਤ ਦੇ ਲੋਕ ਨੇ, ਉਹ ਇਸ ਤਰੀਕੇ ਨਾਲ ਮਨਾਉਂਦੇ ਨੇ। ਅਗਰ ਇਹ 4 ਧਰਮਾਂ ਦੀ ਗੱਲ ਕਰੀਏ, ਅਗਰ ਆਪਾਂ ਗੱਲ ਕਰੀਏ ਇਸ ਤੋਂ ਇਲਾਵਾ 4 ਧਰਮ ਹੋਰ ਨੇ ਜਿਹੜੇ ਕਿ ਮੱਧ ਪੂਰਬ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਹੈਗਾ, ਜਿਸ ਦੇ ਵਿੱਚ ਯਹੂਦੀ ਹੋ ਗਏ, ਈਸਾਈ ਹੋ ਗਏ, ਮੁਸਲਿਮ ਸਭ ਤੋਂ ਨਵਾਂ ਧਰਮ ਹੋ ਗਿਆ, ਔਰ ਇੱਕ ਪਾਰਸੀ ਧਰਮ ਹੋ ਗਿਆ। ਇਹ 4 ਧਰਮ ਨੇ ਮਿਡਲ ਈਸਟ ਦੇ ਵਿੱਚ ਪ੍ਰਮੁੱਖ ਤੌਰ ਤੇ ਜਿਹੜੇ ਵੱਡੇ ਧਰਮ ਨੇ ਉਹ ਉੱਥੇ ਪੈਦਾ ਹੋਏ ਨੇ। ਸੋ ਆਪਾਂ ਗੱਲ ਕਰਦੇ ਹਾਂ ਕਿ ਬੰਦੀ ਛੋੜ ਦਿਵਸ ਦੀ, ਕਿ ਸਿੱਖ ਜਗਤ ਦੇ ਵਿੱਚ ਬੰਦੀ ਛੋੜ ਦਿਵਸ ਦੀ ਕੀ ਮਹੱਤਤਾ ਹੈਗੀ ਹੈ, ਕੀ ਅਹਿਮੀਅਤ ਹੈਗੀ ਹੈ, ਔਰ ਹਾਂ, ਦਰਸ਼ਕਾਂ ਨੂੰ ਇਹ ਅਪੀਲ ਜ਼ਰੂਰ ਹੈ ਕਿ ਉਹ ਕਿਸ ਤਰੀਕੇ ਨਾਲ ਦੀਵਾਲੀ ਮਨਾਉਂਦੇ ਨੇ, ਉਹ ਸਾਡੇ ਨਾਲ ਸਾਂਝਾ ਜ਼ਰੂਰ ਕਰੋ, ਪਤਾ ਲੱਗੇ ਕਿ ਉਹ ਕਿਹੜੇ ਤਰੀਕੇ ਨਾਲ। ਕਈ ਲੋਕ ਨੇ ਜਿਹੜੇ ਉਹ ਦੇਖਿਆ ਜਾਂਦਾ ਕਿ ਪਟਾਕੇ ਚਲਾ ਕੇ ਜਾਂ ਹੋਰ ਅਜਿਹੀਆਂ ਚੀਜ਼ਾਂ ਕਰਕੇ, ਜਾਂ ਇੱਕ ਦੂਜੇ ਨਾਲ ਮਠਿਆਈਆਂ ਜਿਹੜੀਆਂ ਸ਼ੇਅਰ ਕਰਕੇ, ਜਾਂ ਕਈ ਵਾਰ ਕੋਈ ਹੋਰ ਵੀ ਜ਼ਿਆਦਾ ਵੱਖਰੇ ਢੰਗ ਹੁੰਦੇ ਨੇ ਲੋਕਾਂ ਦੇ ਤਿਉਹਾਰ ਮਨਾਉਣ ਦੇ, ਉਹ ਸ਼ੇਅਰ ਜ਼ਰੂਰ ਕਰੋ। ਸੋ ਖੈਰ, ਬੰਦੀ ਛੋੜ ਦਰਸ਼ਕ ਜੁੜ ਗਏ ਨੇ, ਆਪਾਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰ ਹੀ ਰਹੀਏ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ
ਵੀ ਬਕਰੀਦ ਤੇ ਦੀਵਾਲੀ 'ਚ ਕੋਈ ਬੜਾ ਫਰਕ ਨਹੀਂ ਰਿਹਾ ਜੀ। ਇਹਦਾ ਇੱਕ ਬਹੁਤ ਵੱਡਾ ਬਿਜ਼ਨਸ ਹੋ ਗਿਆ। ਬਿਜ਼ਨਸ ਇੰਨਾ ਹਰ ਇੱਕ ਚੀਜ਼ ਨੂੰ ਇੰਨਾ ਕਮਾਇਆ ਲੋਕਾਂ ਦੇ ਵਿੱਚ, ਫਿਰ ਆਪਣਾ ਬਿਜ਼ਨਸ ਦੇ ਉੱਤੇ ਕੀਤਾ ਜੀ। ਹੁਣ ਦੇਖੋ ਜੀ, ਜਿਹੜੀ ਬਕਰੀਦ ਹੈ ਉਹਨੂੰ ਵੀ ਬੱਕਰੇ ਵੱਢੇ ਜਾਂਦੇ ਹੈ ਨਾ ਜੀ, ਤੇ ਦੀਵਾਲੀ ਨੂੰ ਵੀ ਇਹੀ ਕੰਮ ਕੀਤਾ ਜਾਂਦਾ ਜੀ। ਤੇ ਨਾਲ ਹੀ ਪੋਲਿਊਸ਼ਨ ਇੰਨਾ ਖੜਾ ਹੁੰਦਾ, ਪਹਿਲਾਂ ਤਾਂ ਪਰਾਲੀ ਫੂਕਦੇ ਸੀ, ਆਪਣੇ ਖੇਤਾਂ ਨੂੰ ਸਾਫ਼ ਕਰਦੇ, ਤੇ ਨਾਲ ਹੀ ਪਟਾਕਿਆਂ ਦਾ ਕੰਮ ਆ ਜਾਂਦਾ ਜੀ। ਤੇ ਮੈਂ ਤਾਂ ਕਹਿੰਦਾ ਵੀ ਇਹ ਦੀਵਾਲੀ ਤਾਂ ਸਾਨੂੰ ਵੀ ਇੱਕ ਕੋਈ ਕਹਿੰਦੇ ਨੇ ਵੀ ਉਦੋਂ ਦੀਪਮਾਲਾ ਕੀਤੀ ਗਈ ਸੀ। ਮੈਨੂੰ ਤਾਂ ਲੱਗਦਾ ਨਹੀਂ ਕੋਈ ਐਡਾ ਮੀਡੀਆ ਹੋਊਗਾ ਜਿਹੜਾ ਇੱਕੋ ਮਿੰਟ 'ਚ ਗੱਲ ਫੈਲ ਗਈ ਹੋਊਗੀ ਸਾਰੇ ਇੰਡੀਆ ਦੇ ਵਿੱਚ ਵੀ ਦੀਪਮਾਲਾ ਕਰੋ। ਵੀ ਇੱਕ ਬਿਜ਼ਨਸਮੈਨ ਨੇ ਇੰਨਾ ਇਸ ਚੀਜ਼ ਨੂੰ ਘੁਮਾਇਆ ਵੀ ਲੋਕਾਂ ਦੇ ਦਿਮਾਗ ਵਿੱਚ ਪਾਤੀ ਵੀ ਇਹ ਚੀਜ਼ ਰਿਲੀਜਨ ਨਾਲ ਜੋੜ ਕੇ ਇਹਨੂੰ ਬਹੁਤ ਵੱਡਾ ਬਿਜ਼ਨਸ ਬਣਾਤਾ ਜੀ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬੜਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਕਾਲ ਜਿਹੜੀ ਉਹ ਡ੍ਰੌਪ ਹੋ ਗਈ ਹੈ। ਸੋ ਸਭ ਦੇ ਆਪੋ ਆਪਣੇ ਵਿਚਾਰ ਨੇ, ਸਭ ਦੇ ਆਪੋ ਆਪਣੇ ਮਤਭੇਦ ਨੇ ਕਿਸੇ ਵੀ ਚੀਜ਼ ਨੂੰ ਲੈ ਕੇ ਜੇ ਆਪਾਂ ਗੱਲ ਕੀਤੀ ਜਾਵੇ। ਪਰ ਕਹਿੰਦੇ ਨੇ ਕਿ ਰੋਸ਼ਨੀ ਦਾ ਤਿਉਹਾਰ ਹੈ, ਖੁਸ਼ੀਆਂ ਦਾ ਤਿਉਹਾਰ ਹੈ, ਵਧੀਆ ਤਰੀਕੇ ਨਾਲ ਮਨਾਇਆ ਜਾਵੇ ਤਾਂ ਜ਼ਿਆਦਾ ਬੈਟਰ ਹੁੰਦਾ ਹੈ। ਬਿਲਕੁਲ ਨਵਦੀਪ, ਜਿਹੜੀ ਚਲੋ ਇਹਨਾਂ ਨੇ ਗੱਲ ਕੀਤੀ ਆ, ਆਪਣੇ ਉਹਨਾਂ ਦੇ ਖਿਆਲਾਤ ਨੇ, ਆਪਣੇ ਉਹਨਾਂ ਨੇ ਵੀ ਰੱਖੇ ਨੇ। ਔਰ ਪਰ ਜੇਕਰ ਸਿੱਖ ਜਗਤ ਦੀ ਗੱਲ ਕਰੀਏ, ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਭਾਈ ਮਨੀ ਸਿੰਘ ਦਾ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ। ਭਾਈ ਮਨੀ ਸਿੰਘ ਜਿਸ ਵੇਲੇ ਇਕੱਤਰਤਾ ਉਸ ਵੇਲੇ ਹੁੰਦੀ ਹੈ, ਹਰਿਮੰਦਰ ਸਾਹਿਬ ਜਿਹੜੀ ਹੈ, ਉਸ ਵੇਲੇ ਜਿਹੜਾ ਟੈਕਸ ਲਗਾਇਆ ਜਾਂਦਾ ਉਸ ਵੇਲੇ ਦੇ ਸ਼ਾਸਕ ਦੇ ਵੱਲੋਂ। ਔਰ ਭਾਈ ਮਨੀ ਸਿੰਘ ਜੀ ਜਿਹੜੇ ਉਹ ਇਹ ਕਬੂਲ ਕਰਦੇ ਨੇ ਕਿ ਜਿਹੜਾ ਟੈਕਸ ਹੈ ਜਿਹੜਾ ਅਸੀਂ ਉਹ ਪੇ ਕਰਾਂਗੇ। ਹਾਲਾਂਕਿ ਬਾਅਦ ਦੇ ਵਿੱਚ ਉਹ ਇਕੱਤਰਤਾ ਜਿਹੜੀ ਹੈ ਉਹ ਨਹੀਂ ਕੀਤੀ ਜਾਂਦੀ। ਤਾਂ ਇਹ ਵੱਖ-ਵੱਖ ਇਤਿਹਾਸ ਦੇ ਵਿੱਚ ਵੱਖ-ਵੱਖ ਜ਼ਿਕਰ ਮਿਲਦੇ ਨੇ ਕਿ ਦੀਵਾਲੀ ਦੇ ਤਿਉਹਾਰ ਦੇ ਉੱਪਰ ਸਿੱਖ ਨੇ ਜਿਹੜੇ ਉਹ ਹਰਿਮੰਦਰ ਸਾਹਿਬ ਇਕੱਠੇ, ਬਲਕਿ ਇੱਕ ਕਹਾਣ ਬਣਿਆ ਹੋਇਆ ਆਮ ਤੌਰ ਤੇ ਕਿ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਤਾਂ ਇਹ ਤਾਂ ਹੈ ਨਹੀਂ ਵੀ ਇੱਕ ਦਿਨ ਦੇ ਵਿੱਚ ਬਣਿਆ ਹੈਗਾ। ਸੋ ਦੀਪਮਾਲਾ ਹਰਿਮੰਦਰ ਸਾਹਿਬ ਹੁੰਦੀ ਹੈ ਜਿਹੜੀ ਆ ਉਹ ਵੱਡੇ ਪੱਧਰ 'ਤੇ ਆਪਾਂ ਦੇਖਦੇ ਹਾਂ ਹਰ ਵਾਰ। ਤਾਂ ਇਤਿਹਾਸ ਦੇ ਵਿੱਚ ਵੀ ਇਸ ਤਿਉਹਾਰ ਦਾ ਵੱਖ-ਵੱਖ ਥਾਵਾਂ ਦੇ ਉੱਪਰ ਅਕਸਰ ਜ਼ਿਕਰ ਜਿਹੜਾ ਹੁੰਦਾ ਹੈ। ਬੰਦੀ ਛੋੜ ਦਿਵਸ ਦੀ ਗੱਲ ਆਪਾਂ ਕਰ ਰਹੇ ਸੀ ਕਿ ਬੰਦੀ ਛੋੜ ਦਿਵਸ ਦੇਖੋ, ਬੇਸਿਕਲੀ ਮੁਗਲ ਡਾਇਨੈਸਟੀ ਦੀ ਗੱਲ ਕਰੀਏ ਤਾਂ ਅਕਬਰ ਬਾਦਸ਼ਾਹ ਤੋਂ ਪਹਿਲਾਂ ਤੈਮੂਰ ਤੋਂ ਬਾਅਦ ਅਕਬਰ ਬਾਦਸ਼ਾਹ ਤੋਂ ਜਿਹੜਾ ਉਹ ਸ਼ੁਰੂ ਹੁੰਦਾ ਹੈ। ਅਕਬਰ ਬਾਦਸ਼ਾਹ ਤੋਂ ਬਾਅਦ ਪਹਿਲਾਂ ਬਾਬਰ, ਫਿਰ ਹਿਮਾਯੂ, ਫਿਰ ਅਕਬਰ ਔਰ ਫਿਰ ਜਹਾਂਗੀਰ ਆ ਜਿਹੜਾ ਚੌਥੇ ਨੰਬਰ 'ਤੇ ਆਉਂਦਾ ਹੈਗਾ ਜਦੋਂ ਇਹ ਗੱਲ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ। ਤੋ ਜਹਾਂਗੀਰ ਬਾਦਸ਼ਾਹ ਸੀ ਜਿਹੜਾ, ਉਸ ਦੇ ਕਾਰਜਕਾਲ ਦੇ ਵਿੱਚ ਇਹ 1600 ਦੇ ਸ਼ੁਰੂਆਤ ਦੇ ਵਿੱਚ ਆਪਾਂ ਕਹਿ ਸਕਦੇ ਹਾਂ 1605 ਤੋਂ ਬਾਅਦ ਇਹਦਾ ਕਾਰਜਕਾਲ ਰਿਹਾ ਹੈਗਾ। ਔਰ ਜਹਾਂਗੀਰ ਬਾਦਸ਼ਾਹ ਸੀ ਜਿਹੜਾ, ਉਸ ਦੇ ਕਾਰਜਕਾਲ ਦੇ ਵਿੱਚ ਹੀ 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਆ। ਉਸ ਤੋਂ ਬਾਅਦ ਗੁਰਗੱਦੀ 'ਤੇ ਜਿਹੜੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਨੇ ਉਹ ਵਿਰਾਜਮਾਨ ਹੁੰਦੇ ਨੇ। ਔਰ ਸਭ ਤੋਂ ਆਪਾਂ ਕਿਉਂਕਿ ਇਹ ਜ਼ਿਕਰ ਤਾਂ ਹੁੰਦਾ ਕਿ ਬੰਦੀ ਛੋੜ ਦਿਵਸ ਦੇ ਮੌਕੇ ਕਿ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਜਿਹੜਾ ਉਹ ਕੈਦ ਕੀਤਾ ਗਿਆ ਗੁਰੂ ਸਾਹਿਬ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕੀਤਾ ਗਿਆ। ਪਰ ਕਿਉਂ ਕੀਤਾ ਗਿਆ, ਰੀਜ਼ਨਸ ਕੀ ਸੀਗੇ? ਉਹ ਇਹ ਸੀ ਕਿ ਬੇਸਿਕਲੀ ਜੇ ਪ੍ਰਮੁੱਖ ਤੌਰ ਤੇ ਜੋ ਸਿੱਖ ਇਤਿਹਾਸ ਦੇ ਵਿੱਚ ਦੇਖਣ ਨੂੰ ਮਿਲਦਾ ਜਾਂ ਸਿੱਖ ਬੁੱਧੀਜੀਵੀਆਂ ਨਾਲ ਜੇ ਗੱਲ ਕੀਤੀ ਜਾਵੇ ਤਾਂ ਉਹ ਇਹ ਗੱਲ ਕਹਿੰਦੇ ਨੇ ਕਿ ਅਕਾਲ ਤਖਤ ਦੀ ਸਿਰਜਣਾ ਜਿਹੜੀ ਹੈ ਉਹ ਗੁਰੂ ਸਾਹਿਬ ਦੇ ਵੱਲੋਂ ਕੀਤੀ ਗਈ ਸੀ। ਮੀਰੀ ਪੀਰੀ ਦੀਆਂ ਦੋ ਜਿਹੜੀਆਂ ਕਿਰਪਾਨਾਂ ਨੇ ਉਹ ਧਾਰਨ ਕੀਤੀਆਂ ਗਈਆਂ ਸੀਗੀਆਂ। ਇੱਕ ਕਹਿ ਲਓ ਕਿ ਇੱਕ ਮਾਰਸ਼ਲ ਕੌਮ ਵਾਲਾ ਕਨਸੈਪਟ ਹੈ ਜਿਹੜਾ ਉਹ ਉਹਨਾਂ ਵੱਲੋਂ ਇੰਟਰੋਡਿਊਸ ਕੀਤਾ ਗਿਆ ਸੀਗਾ ਗੁਰੂ ਹਰਗੋਬਿੰਦ ਸਾਹਿਬ ਤੋਂ। ਕੋਈ ਵੀ ਹਕੂਮਤ ਹੋਵੇ, ਅੱਜ ਵੀ ਤੁਸੀਂ ਦੇਖ ਲਓ, ਅੱਜ ਵੀ ਦੁਨੀਆ ਦੀਆਂ ਹਕੂਮਤਾਂ ਨੂੰ ਨਜ਼ਰ ਮਾਰ ਕੇ ਦੇਖ ਲਓ ਔਰ ਉਹੀ ਕਨਸੈਪਟ ਹੁੰਦਾ ਹੈ। ਤੁਸੀਂ ਮਾੜਾ ਜਿਹਾ ਤੁਸੀਂ ਆਪਣੇ ਆਪ ਨੂੰ ਸਟਰੈਂਥਨ ਕਰਨ ਦੀ ਕੋਸ਼ਿਸ਼ ਕਰੋ ਉਸ ਹਕੂਮਤ ਦੇ ਖਿਲਾਫ, ਫਿਰ ਹਕੂਮਤ ਤੁਹਾਡੇ ਉੱਪਰ ਕਿਵੇਂ ਹਾਵੀ ਹੁੰਦੀ ਹੈ ਇਹ ਜਗ ਜ਼ਾਹਿਰ ਹੈ, ਕੋਈ ਲੁਕੀਆਂ ਚੀਜ਼ਾਂ ਤਾਂ ਹੈ ਨਹੀਂ ਗੀਆਂ। ਤਾਂ ਉਸ ਵੇਲੇ ਕਿਉਂਕਿ ਤਖਤ ਤੇ ਦਿੱਲੀ ਤਖਤ ਤੇ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਔਰ ਤਾਂ ਉਹਦੇ ਇੱਕ ਪੈਰਲਲ ਇੱਕ ਜਿਹੜਾ ਤਖਤ ਦਾ ਕਾਇਮ ਹੋਣਾ ਔਰ ਬਕਾਇਦਾ ਤੌਰ ਉੱਥੇ ਫਿਰ ਤਖਤ 'ਤੇ ਕਾਇਮ ਹੋ ਕੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਨੀਆਂ ਔਰ ਘੋੜ ਸਵਾਰ ਰੱਖਣੇ, ਫੌਜ ਜਿਹੜੀ ਹੈ ਆਪਾਂ ਨੂੰ ਪਤਾ ਹੈ ਕਿ ਜੰਗਾਂ ਵੀ ਜਿਹੜੀਆਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਨੇ। ਤਾਂ ਇਹ ਬੇਸਿਕਲੀ ਪੋਲੀਟੀਕਲ ਆਪਾਂ ਇੱਕ ਕਾਰਨ ਮੰਨ ਸਕਦੇ ਹਾਂ ਕਿ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਨਜ਼ਰਬੰਦ ਜਿਹੜਾ ਉਹ ਕੀਤਾ ਗਿਆ। ਔਰ ਜਿਹੜਾ ਗਵਾਲੀਅਰ ਦਾ ਕਿਲ੍ਹਾ ਸੀ ਉਹ ਵੀ ਕੋਈ ਸਧਾਰਨ ਨਹੀਂ ਆਪਾਂ ਕਹਿ ਸਕਦੇ ਕਿ
ਛੋਟੇ-ਮੋਟੇ ਜਿਹੜੇ ਜੁਰਮ ਜਿਨ੍ਹਾਂ ਨੇ ਕੀਤੇ ਸੀ, ਚੋਰੀ ਚਕਾਰੀ ਜਾਂ ਕਤਲ, ਇੱਦਾਂ ਦੀ ਚੀਜ਼ਾਂ ਸੀਗੀਆਂ, ਇੱਦਾਂ ਦੇ ਮੁਜਰਮ ਨਹੀਂ ਸੀ ਉੱਥੇ। ਪੋਲੀਟੀਕਲ ਪ੍ਰਿਜ਼ਨਰ ਜਿਹੜੇ ਰੱਖੇ ਜਾਂਦੇ ਸੀਗੇ, ਮਤਲਬ ਕਿ ਜਿਹੜੇ ਪੋਲੀਟੀਕਲ ਤੌਰ ਤੇ ਜਿਨ੍ਹਾਂ ਨੇ ਕੋਈ ਜੁਰਮ, ਕੋਈ ਇੱਦਾਂ ਦਾ ਕੋਈ ਕੀਤਾ ਹੋਵੇ, ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਸੀ। ਤਾਂ ਉੱਥੇ ਫਿਰ ਜਿਹੜਾ ਰੱਖਿਆ ਗਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ। ਔਰ ਇਸ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇੱਕ ਆਪਾਂ ਕਹਿ ਦਿੰਦੇ ਹਾਂ ਕਿ ਜੁਗੋ ਜੁਗ ਚੌਂਕੀਆਂ ਝੰਡੇ, ਜੁਗੋ ਜੁਗ ਝੰਡੇ ਬੁੰਗੇ ਜੁਗੋ ਜੁਗ ਅਟਲ, ਇੱਦਾਂ ਜ਼ਿਕਰ ਆਉਂਦਾ ਅਰਦਾਸ ਦੇ ਵਿੱਚ। ਤੇ ਉਹ ਚੌਂਕੀਆਂ ਜਿਹੜੀਆਂ ਨੇ ਉਹ ਬੇਸਿਕਲੀ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਕੱਢੀ ਗਈ ਸੀ, ਔਰ ਸਿੱਖ ਸੰਗਤ ਹੈ ਜਿਹੜੀ ਉਹ ਗਵਾਲੀਅਰ ਗਈ ਸੀ ਉਸ ਵੇਲੇ, ਕਿ ਗੁਰੂ ਸਾਹਿਬ ਕਿਉਂਕਿ ਨਜ਼ਰਬੰਦ ਸੀ ਉਸ ਕਿਲੇ ਦੇ ਵਿੱਚ, ਤਾਂ ਉਸ ਕਿਲੇ ਦੀ ਪਰਿਕਰਮਾ ਉਹਨਾਂ ਨੇ ਕੀਤੀ ਹੈਗੀ ਆ। ਔਰ ਉੱਥੇ ਗਵਾਲੀਅਰ ਦਾ ਜਿਹੜਾ ਉਹ ਕਿਲਾ ਸੀ ਜਿੱਥੇ ਪੋਲੀਟੀਕਲ ਪ੍ਰਿਜ਼ਨਰ ਨਜ਼ਰਬੰਦ ਕੀਤੇ ਜਾਂਦੇ ਸੀ, ਉਸ ਕਿਲੇ ਦਾ ਆਪਾਂ ਕਹਿ ਲਓ ਕਿ ਜੇਲ੍ਹ ਸੁਪਰਡੈਂਟ, ਉਸ ਵੇਲੇ ਦਰੋਗਾ ਸ਼ਬਦ ਵਰਤਿਆ ਜਾਂਦਾ ਸੀ, ਦਰੋਗਾ ਕਹਿੰਦੇ ਸੀ। ਅੱਜ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਜੇਲ੍ਹ ਸੁਪਰਡੈਂਟ ਹੋ ਜਾਂਦਾ ਇੱਕ ਹਿਸਾਬ ਦਾ, ਅਗਰ ਉਹਦੀ ਪੋਜੀਸ਼ਨ ਦੇਖੀਏ ਤਾਂ। ਉਹ ਸੀ ਹਰੀਦਾਸ। ਹਰੀਦਾਸ ਦੀ ਕਾਫੀ ਜ਼ਿਆਦਾ ਸ਼ਰਧਾ ਸੀ ਜਿਹੜੀ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਉਸ ਵੇਲੇ ਸੀਗੀ। ਤੋ ਇੱਕ ਦੋ ਸ਼ਖਸੀਅਤਾਂ ਹੋਰ ਇਸ ਦੇ ਵਿੱਚ ਮੈਂ ਜ਼ਿਕਰ ਕਰ ਦਿੰਦਾ ਕਿ ਫਿਰ ਆਪਾਂ ਆਵਾਂਗੇ ਕਿ ਰਿਹਾਈ ਕਿਵੇਂ ਹੋਈ। ਆਪਾਂ ਨੂੰ ਇਹ ਤਾਂ ਜ਼ਿਕਰ ਕਰ ਲਿਆ ਕਿ ਇਹ ਕਾਰਨ ਬਣੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ, ਜਾਂ ਫੌਜ ਰੱਖਣ ਦਾ ਕਾਰਨ ਚੰਗੀ ਘੋੜਸਵਾਰੀ ਹੋ ਗਈ, ਮੀਰੀ ਪੀਰੀ ਦਾ ਸਿਧਾਂਤ ਹੋ ਗਿਆ, ਕਿਰਪਾਨਾਂ ਧਾਰਨ ਕੀਤੀਆਂ ਉਹਨਾਂ ਨੇ, ਮਤਲਬ ਮਾਰਸ਼ੈਲਿਟੀ ਵੱਲ, ਮਾਰਸ਼ਲ ਕੌਮ ਬਣਾਉਣ ਵੱਲ ਵਧੇ। ਔਰ ਹੁਣ ਉਸ ਦੇ ਵਿੱਚ ਇੱਕ ਜਿਹੜੇ ਸਾਈਂ ਮੀਆਂ ਮੀਰ ਦਾ ਜ਼ਿਕਰ ਆਉਂਦਾ। ਸਾਈਂ ਮੀਆਂ ਮੀਰ ਇਹ ਉਹੀ ਨੇ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਵੀ ਸੀਗੇ, ਔਰ ਉਹਨਾਂ ਦਾ ਜ਼ਿਕਰ ਆਉਂਦਾ। ਸਾਈਂ ਮੀਆਂ ਮੀਰ ਜਿਹੜੀ ਨੂਰ ਜਹਾਂ ਸੀ, ਜਹਾਂਗੀਰ ਦੀ ਬੇਗਮ ਸੀ, ਉਹ ਸਾਈਂ ਮੀਆਂ ਮੀਰ ਦੀ ਸ਼ਰਧਾਲੂ ਸੀ ਜੀ। ਔਰ ਇਸ ਦੇ ਵਿੱਚ ਇੱਕ ਸ਼ਖਸੀਅਤ ਹੋਰ ਹੈ ਮੇਰੇ ਮਾਈਂਡ ਚੋਂ, ਉਹ ਵਜ਼ੀਰ ਖਾਨ। ਵਜ਼ੀਰ ਖਾਨ ਸੀ ਜਿਹੜਾ ਉਹ ਵੈਦ ਸੀ ਜਹਾਂਗੀਰ ਦਾ, ਸ਼ਾਹੀ ਵੈਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਡਾਕਟਰ ਅੱਜ ਦੀ ਭਾਸ਼ਾ ਦੇ ਵਿੱਚ। ਤਾਂ ਉਹ ਜਹਾਂਗੀਰ ਜਿਸ ਵੇਲੇ ਬਿਮਾਰ ਹੁੰਦਾ ਤਾਂ ਉਸ ਵੇਲੇ ਉਹ ਆਪਣੇ ਜੋ ਵੈਦ ਨੂੰ ਉਹ ਪੁੱਛਦਾ ਵੀ ਮੈਂ ਕਿਉਂ ਨਹੀਂ ਠੀਕ ਹੋ ਰਿਹਾ ਹੈਗਾ। ਉਹ ਕਹਿੰਦੇ ਵੀ ਜਿਹਨੇ ਖੁਦਾ ਦਾ ਨੂਰ ਕੈਦ ਕੀਤਾ ਹੋਵੇ ਉਹ ਠੀਕ ਕਿਵੇਂ ਹੋ ਸਕਦਾ। ਤਾਂ ਇਹ ਚੀਜ਼ ਦਾ ਜ਼ਿਕਰ ਜਦੋਂ ਵਜ਼ੀਰ ਖਾਨ ਨੇ ਕੀਤਾ, ਉਹ ਕਹਿੰਦਾ ਖੁਦਾ ਦਾ ਨੂਰ, ਕਹਿੰਦੇ ਹਾਂ ਵੀ ਉਹ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਹੜਾ ਤੁਸੀਂ ਨਜ਼ਰਬੰਦ ਕੀਤਾ ਕਿਲੇ ਦੇ ਵਿੱਚ, ਤੇ ਕਹਿੰਦੇ ਅੱਛਾ ਫਿਰ ਕਹਿੰਦੇ ਵੀ ਉਹਨਾਂ ਨੂੰ ਫਿਰ ਲੈ ਆਓ ਵੀ ਆਪਾਂ ਰਿਹਾ ਕਰ ਦਿੰਦੇ ਆ। ਤੇ ਜਦੋਂ ਇਹ ਸੁਨੇਹਾ ਗੁਰੂ ਹਰਗੋਬਿੰਦ ਸਾਹਿਬ ਤੱਕ ਪਹੁੰਚਦਾ ਹੁੰਦਾ ਤਾਂ ਉਹ ਕਹਿੰਦੇ ਵੀ, ਕਿਉਂਕਿ ਉੱਥੇ ਜਿਹੜੇ ਰਾਜੇ ਵੀ ਸੀਗੇ, ਇੱਕ ਤਾਂ ਸਟੋਰੀ ਇਹ ਆਪਾਂ ਦੱਸਦੀ ਹੈਗੀ ਆ, ਦੂਜੀ ਸਟੋਰੀ ਇਹ ਹੈ ਕਿ ਜਿਸ ਕਿਲੇ ਦੇ ਵਿੱਚ ਨਜ਼ਰਬੰਦ ਸੀ ਗੁਰੂ ਹਰਗੋਬਿੰਦ ਸਾਹਿਬ, ਉਸ ਕਿਲੇ ਦੇ ਵਿੱਚ ਰਾਜੇ ਵੀ ਬੰਦ ਸੀ, ਉਹ ਵੀ ਪੋਲੀਟੀਕਲ ਪ੍ਰਿਜ਼ਨਰ ਸੀਗੇ। ਔਰ ਉਹ ਕਿਲਾ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਕੋਈ ਇੱਦਾਂ ਨਹੀਂ ਕੋਈ ਕਤਲ ਦੇ ਜਾਂ ਛੋਟੇ-ਮੋਟੇ ਚੋਰੀ ਦੇ ਕੇਸ ਦੇ ਵਿੱਚ ਲੋਕ ਬੰਦ ਸੀ। ਉੱਥੇ ਜਿਹੜਾ ਰਾਜਾ ਬੰਦ ਹੋ ਜਾਂਦਾ ਸੀ ਬੇਸਿਕਲੀ, ਉਹਨੂੰ ਸਮਝ ਲਓ ਇੱਦਾਂ ਲਾ ਲਓ ਵੀ ਉਹ ਮਰ ਕੇ ਉਹਦੀ ਲਾਸ਼ ਹੀ ਬਾਹਰ ਨਿਕਲਦੀ ਸੀ। ਬਿਲਕੁਲ। ਉਹ ਕਿਉਂਕਿ ਉਹ ਕਿਲਾ ਜਦੋਂ ਬਣਾਇਆ ਗਿਆ ਸੀ ਉਹ ਇਸ ਤਰੀਕੇ ਨਾਲ ਸੀ ਕਿ ਜਿਹੜੇ ਅਗਰ ਕੋਈ ਪੋਲੀਟੀਕਲ ਪ੍ਰਿਜ਼ਨਰ ਬਾਹਰ ਆਉਂਦਾ, ਮੰਨ ਲਓ ਇਹਨੂੰ ਜੇ ਆਪਾਂ ਸਮਝਣਾ ਹੋਵੇ ਨਾ ਸੌਖੇ ਤਰੀਕੇ ਨਾਲ, ਤਾਂ ਅੱਜ ਦੀ ਸਿਚੁਏਸ਼ਨ ਨਾਲ ਸਮਝ ਲਓ ਇਹਨੂੰ। ਅੱਜ ਸਿੱਖ ਕੈਦੀ ਰਿਹਾ ਨਹੀਂ ਹੋ ਰਹੇ। ਕਾਰਨ ਕੀ ਹੈ ਉਹਦਾ? ਨਾ ਉਹਨਾਂ ਦੀ ਮੌਤ ਦੀ ਸਜ਼ਾ ਮੁਕਰਰ ਕੀਤੀ ਜਾਂਦੀ ਹੈ, ਨਾ ਉਹਨਾਂ ਦੀ ਰਿਹਾਈ ਕੀਤੀ ਜਾਂਦੀ ਹੈ। ਰੀਜ਼ਨ ਕੀ ਹੈ ਕਿ ਇਨ ਕੇਸ ਜਾਂ ਉਹਨੂੰ ਸਜ਼ਾਏ ਮੌਤ ਦੇਣਗੇ ਜਾਂ ਉਹਨੂੰ ਰਿਹਾ ਕਰਨਗੇ ਤਾਂ ਹਕੂਮਤ ਨੂੰ ਇਹ ਲੱਗਦਾ ਹੈ ਵੀ ਲੋਕ ਕਿਤੇ ਨਾ ਕਿਤੇ ਜੇ ਇਹ ਦੋ ਚੀਜ਼ਾਂ ਕਰਦੇ ਆ ਤਾਂ ਕੋਈ ਵੱਡੀ ਮੂਵਮੈਂਟ ਜਾਂ ਸਟਰਗਲ ਨਾ ਖੜੀ ਹੋ ਜਾਵੇ। ਜੇ ਸਜ਼ਾਏ ਮੌਤ ਦਿੱਤੀ ਜਾਂਦੀ ਹੈ ਤਾਂ ਵੀ ਕੋਈ ਇੱਦਾਂ ਦਾ ਕੋਈ ਚੀਜ਼ ਜਿਹੜੀ ਖੜੀ ਨਾ ਹੋ ਜਾਵੇ ਜਿਹੜੀ ਹਕੂਮਤ ਨੂੰ ਚੈਲੰਜ ਕਰ ਦੇਵੇ। ਠੀਕ ਹੈ। ਰਿਹਾ ਜਿਹੜਾ ਜਦੋਂ ਕੀਤਾ ਜਾਵੇ ਤਾਂ ਹਵਾਲੇ ਦਿੰਦੇ ਨੇ ਕਿ ਦੇਖੋ ਜੀ ਬਾਹਰ ਜਾ ਕੇ ਹਾਲਾਤ ਜਿਹੜੇ ਨੇ ਉਹ ਵਿਗੜ ਸਕਦੇ ਨੇ, ਇਸ ਤਰੀਕੇ ਦੀ ਗੱਲ ਕਹੀ ਜਾਂਦੀ ਹੈ। ਇਹੀ ਸਿਚੁਏਸ਼ਨ ਕਹਿ ਲਓ ਵੀ ਉਸ ਵੇਲੇ ਵੀ ਹਕੂਮਤਾਂ ਇਸੇ ਤਰੀਕੇ ਨਾਲ ਡੀਲ ਕਰਦੀਆਂ ਸੀਗੀਆਂ। ਜਿਹੜੇ ਪੋਲੀਟੀਕਲ ਪ੍ਰਿਜ਼ਨਰ ਬੰਦ ਕੀਤੇ ਜਾਂਦੇ ਸੀ ਉਹਨਾਂ ਨੂੰ ਸਮਝ ਲਓ ਰਿਹਾ ਵਾਲੀ ਗੱਲ ਜਿਹੜੀ ਆ ਉਹ ਭੁੱਲ ਹੀ ਜਾਂਦੇ ਸੀ ਉਹ, ਬਲਕਿ ਉਹਨਾਂ ਨੂੰ ਸਿੱਧੇ ਤੌਰ ਤੇ ਮਾਰਿਆ ਵੀ ਨਹੀਂ ਸੀ ਜਾਂਦਾ
ਵੀ ਜੇ ਸਿੱਧੇ ਤੌਰ ਤੇ ਕਤਲ ਕਰ ਦਿੱਤਾ ਜਾਂਦਾ ਤਾਂ ਵੀ ਕੋਈ ਵਿਦਰੋਹ ਜਾਂ ਬਗਾਵਤ ਖੜੀ ਹੋ ਸਕਦੀ ਸੀਗੀ। ਉਹਨਾਂ ਨੂੰ ਖਾਣੇ ਦੇ ਵਿੱਚ ਹੌਲੀ ਹੌਲੀ ਕਹਿ ਲਓ ਵੀ ਜਿਵੇਂ ਖਾਣੇ ਦੇ ਵਿੱਚ ਹੀ ਸਵੀਟ ਪੋਇਜ਼ਨ, ਮਿੱਠਾ ਜ਼ਹਿਰ ਕਹਿ ਲਓ ਆਪਾਂ, ਹੈ ਨਾ, ਵੀ ਉਹ ਦਿੱਤਾ ਜਾਂਦਾ ਸੀ ਵੀ ਹੌਲੀ ਹੌਲੀ ਕਰਦੇ ਕਰਦੇ ਇਹਨਾਂ ਦੇ ਫੇਫੜੇ ਜਾਂ ਸਰੀਰ ਦੇ ਉੱਪਰ ਅਸਰ ਪੈਂਦਾ ਪੈਂਦਾ ਇਹ ਖੁਦ ਹੀ ਖਤਮ ਹੋ ਜਾਣਗੇ। ਤਾਂ ਇਸ ਤਰੀਕੇ ਦੀ ਸਟ੍ਰੈਟਜੀ ਉੱਥੇ ਅਪਣਾਈ ਜਾਂਦੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਵੇਲੇ ਉੱਥੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਤਾਂ ਇਹ ਕਿ ਉੱਥੇ ਜੋ ਕਿਲੇ ਦਾ ਖਾਣਾ ਸੀਗਾ ਉਹ ਜਿਹੜਾ ਉਹਨਾਂ ਨੇ ਨਹੀਂ ਖਾਧਾ, ਔਰ ਉੱਥੇ ਇੱਕ ਸਿੱਖ ਸੀ, ਉਹਨਾਂ ਦੇ ਘਰ ਤੋਂ ਬਕਾਇਦਾ ਤੌਰ ਜਿਹੜਾ ਪ੍ਰਸ਼ਾਦਾ ਜਿਹੜਾ ਉਹ ਤਿਆਰ ਹੋ ਕੇ ਆਉਂਦਾ ਸੀ। ਤਾਂ ਉਹ ਜਿਹੜੇ ਸਿੱਖ ਜਿਹੜੇ ਦੂਜੇ ਮਾਫ ਕਰਨਾ ਕੈਦੀ ਸੀਗੇ, ਪੋਲੀਟੀਕਲ ਪ੍ਰਿਜ਼ਨਰ ਰਾਜੇ ਸੀਗੇ ਜਿਹੜੇ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਦੇ ਵਿੱਚ ਆਏ। ਔਰ ਫਿਰ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜੇਲ੍ਹ ਦਾ ਖਾਣਾ ਨਹੀਂ ਖਾਣਾ, ਇਸ ਕਿਲੇ ਦਾ ਖਾਣਾ ਨਹੀਂ ਖਾਣਾ ਹੈਗਾ। ਤੋ ਉਹਨਾਂ ਦੇ ਲਈ ਵੀ ਫਿਰ ਕਹਿੰਦੇ ਕਿ ਜੋ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਬਾਹਰੋਂ ਹੀ ਖਾਣਾ ਤਿਆਰ ਹੋ ਕੇ ਆਉਂਦਾ ਸੀਗਾ ਉਹਨਾਂ ਰਾਜਿਆਂ ਦੇ ਲਈ, ਕਿ ਬਾਹਰੋਂ ਕੋਈ ਸਿੱਖ ਪਰਿਵਾਰ ਜਾਂ ਕਹਿ ਲਓ ਜਾਂ ਸਿੱਖ ਸੰਗਤ ਕਹਿ ਲਓ ਵੀ ਉਹ ਤਿਆਰ ਕਰਕੇ ਭੇਜਦੀ ਸੀ। ਔਰ ਫਿਰ ਜਦੋਂ ਜਹਾਂਗੀਰ ਨੇ ਗੱਲ ਤੋਰੀ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਾਂ ਰਿਹਾ ਕਰ ਦਈਏ ਔਰ ਇਹ ਗੱਲ ਉਹਨਾਂ ਤੱਕ ਪਹੁੰਚੀ, ਤਾਂ ਉਹਨਾਂ ਨੇ ਫਿਰ ਇਹ ਗੱਲ ਕੀਤੀ ਕਿ ਮੈਂ ਇਕੱਲਾ ਰਿਹਾ ਨਹੀਂ ਹੋਊਂਗਾ, ਮੇਰੇ ਨਾਲ ਜਿਹੜੇ ਨੇ ਇਹ ਰਾਜੇ ਜਿਹੜੇ ਬੰਦ ਨੇ ਇੱਥੇ ਉਹ ਵੀ ਮੇਰੇ ਨਾਲ ਰਿਹਾ ਹੋਣਗੇ, ਕਿਉਂਕਿ ਇਹ ਮੇਰੀ ਸ਼ਰਨ ਦੇ ਵਿੱਚ ਹੁਣ ਇੱਥੇ ਹੈਗੇ ਨੇ। ਤੋ ਫਿਰ ਉਸ ਤੋਂ ਬਾਅਦ ਕਿਉਂਕਿ ਰਾਜਿਆਂ ਦੇ ਦਰਬਾਰ ਦੇ ਵਿੱਚ ਸਲਾਹਾਂ ਦੇਣ ਵਾਲੇ ਬਹੁਤ ਹੁੰਦੇ ਨੇ, ਨੀਤੀਵਾਨ ਲੋਕ, ਤਾਂ ਕਹਿੰਦੇ ਕਿ ਚਲੋ ਠੀਕ ਹੈ ਮੰਨ ਲੈਂਦੇ ਆ, ਕਹਿੰਦੇ ਵੀ ਜਿੰਨੇ ਤੁਹਾਡੇ ਮਤਲਬ ਜੋ ਪੋਸ਼ਾਕ ਤੁਹਾਡੀ ਹੋਊਗੀ ਉਹਦਾ ਪੱਲਾ ਫੜ ਕੇ ਜਿੰਨੇ ਨਿਕਲ ਜਾਣਗੇ ਉਹਨੇ ਛੱਡ ਦਿਆਂਗੇ। ਹੁਣ ਉਹਨਾਂ ਨੂੰ ਸ਼ਾਇਦ ਇਹ ਸੀ ਵੀ ਪੋਸ਼ਾਕ ਦਾ ਪੱਲਾ ਕਿੰਨੇ ਕੁ ਜਾਣੇ ਫੜ ਲੈਣਗੇ। ਤਾਂ ਉਸ ਤੋਂ ਬਾਅਦ ਫਿਰ ਜਿਹੜਾ ਉਹ 52 ਕਲੀਆਂ ਵਾਲਾ ਚੋਲਾ ਜਿਹੜਾ ਉਹ ਤਿਆਰ ਕਰਾਇਆ ਜਾਂਦਾ ਹੈ, ਔਰ 52 ਕਲੀਆਂ ਵਾਲਾ ਚੋਲਾ ਫਿਰ ਜਿਹੜਾ ਉਹ 52 ਰਾਜੇ ਇੱਕ ਇੱਕ ਕਲੀ ਨੂੰ ਫੜ ਕੇ ਜਿਹੜਾ ਉਹ ਕਿਲੇ ਤੋਂ ਬਾਹਰ ਆਉਂਦੇ ਨੇ। ਉਹਦੇ ਵਿੱਚ ਆਪਾਂ ਗੱਲ ਕਰੀਏ ਤਾਂ 22 ਧਾਰ ਦੇ ਰਾਜਿਆਂ ਦੇ ਵਿੱਚੋਂ ਹਿਮਾਚਲ ਦੀ ਇਹ 22 ਧਾਰ ਦੇ ਰਾਜੇ ਸੀ ਜਿਹੜੇ, ਉਹ ਰਾਜਾ ਭੀਮ ਚੰਦ ਦਾ ਜਿਹੜਾ ਦਾਦਾ ਸੀਗਾ ਤਾਰਾ ਚੰਦ, ਉਹ ਵੀ ਜਿਹੜਾ ਇਸ ਹਾਂ ਬਿਲਕੁਲ ਉਹ ਪੋਲੀਟੀਕਲ ਪ੍ਰਿਜ਼ਨਰ ਸੀਗਾ ਉਸ ਕਿਲੇ ਦੇ ਵਿੱਚ, ਗਵਾਲੀਅਰ ਦੇ ਕਿਲੇ ਦੇ ਵਿੱਚ ਪੋਲੀਟੀਕਲ ਪ੍ਰਿਜ਼ਨਰ ਸੀ ਜਹਾਂਗੀਰ ਦਾ। ਔਰ ਇਹਦਾ ਭੀਮ ਚੰਦ ਦਾ ਦਾਦਾ ਸੀ ਜਿਹੜਾ ਤਾਰਾ ਚੰਦ, ਉਸ ਨੂੰ ਵੀ ਜਿਹੜਾ ਰਿਹਾ ਕਰਵਾਇਆ ਸੀਗਾ। ਪਰ ਤੁਸੀਂ ਇਤਰਾਜ਼ਦੀ ਦੇਖੋ ਕਿ ਭੀਮ ਚੰਦ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੜਾਈਆਂ ਲੜਦਾ ਰਿਹਾ। ਜਿੰਨੀਆਂ ਵੀ ਜੰਗਾਂ ਹੋਈਆਂ ਜੋ ਮੁਗਲ ਹਕੂਮਤ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਲੇ, ਭੀਮ ਚੰਦ ਦੀ ਬਹੁਤ ਅਹਿਮ ਭੂਮਿਕਾ ਜਿਹੜੀ ਆ ਉਸ ਦੇ ਵਿੱਚ ਰਹੀ ਹੈਗੀ ਹੈ ਕਿ ਤਾਰਾ ਚੰਦ ਦਾ ਪੋਤਾ ਜਿਹੜਾ ਉਹ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਲੜਦਾ ਰਿਹਾ ਹੈਗਾ। ਤਾਂ ਇਹ ਬੇਸਿਕਲੀ ਇਤਿਹਾਸ ਹੈ। ਤਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਫਿਰ ਆਉਂਦੇ ਨੇ ਹਰਿਮੰਦਰ ਸਾਹਿਬ, ਤਾਂ ਉਦੋਂ ਫਿਰ ਸਿੱਖ ਨੇ ਜਿਹੜੇ ਉਹਨਾਂ ਵੱਲੋਂ ਦੀਪਮਾਲਾ ਕੀਤੀ ਜਾਂਦੀ ਹੈ। ਤਾਂ ਇਹ ਇੱਕ ਜਿਹੜਾ ਸਿੱਖਾਂ ਦਾ ਪਹਿਲੂ ਜੁੜਦਾ ਇਸ ਤਿਉਹਾਰ ਦੇ ਨਾਲ, ਦੀਵਾਲੀ ਦੇ ਤਿਉਹਾਰ ਦੇ ਨਾਲ, ਉਹ ਇਹ ਜੁੜਦਾ ਹੈਗਾ ਜੀ। ਬਿਲਕੁਲ। ਤਾਂ ਇਸੇ ਲੜੀ ਦੇ ਤਹਿਤ ਹੀ ਅੱਜ ਤੱਕ ਬੰਦੀ ਛੋੜ ਦਿਵਸ ਹੈ ਜੋ ਧੂਮਧਾਮ ਦੇ ਨਾਲ ਮਨਾਇਆ ਜਾਂਦਾ। ਤਾਂ ਉਹ ਸ਼੍ਰੀ ਹਰਿਮੰਦਰ ਸਾਹਿਬ ਤੋਂ ਲੈ ਕੇ ਜਿੱਥੇ ਜਿੱਥੇ ਵੀ ਗੁਰੂ ਘਰ ਨੇ, ਬੇਸ਼ੱਕ ਇਹ 7 ਸਮੁੰਦਰ ਪਾਰ ਸਾਡੇ ਪੰਜਾਬੀ ਜਿੱਥੇ ਜਿੱਥੇ ਜਾ ਕੇ ਵਸ ਗਏ ਨੇ, ਉੱਥੇ ਜਾ ਕੇ ਉਹਨਾਂ ਨੇ ਸਖਤ ਮਿਹਨਤਾਂ ਕਰਦਿਆਂ, ਦਸਵੰਧ ਕੱਢਦਿਆਂ, ਜ਼ਮੀਨਾਂ ਖਰੀਦੀਆਂ, ਗੁਰੂ ਘਰਾਂ ਦੀ ਉਸਾਰੀ ਕਰਵਾਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਸਥਾਪਿਤ ਕਰਵਾਇਆ ਗਿਆ। ਜਿੱਥੇ ਗੁਰਬਾਣੀ ਦਾ ਪ੍ਰਹਾਰ 24 ਘੰਟੇ ਚੱਲਦਾ, ਉੱਥੇ ਹੀ ਅਜਿਹੇ ਵਿਸ਼ੇਸ਼ ਦਿਹਾੜੇ ਵੀ ਜਿਹੜੇ ਨੇ ਉਹ ਮਨਾਏ ਜਾਂਦੇ ਨੇ। ਸਾਡੇ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਅੱਜ ਗੱਲਬਾਤ ਹੋ ਰਹੀ ਹੈ ਦੀਵਾਲੀ ਦੇ ਪਾਵਨ ਦਿਹਾੜੇ ਨੂੰ ਲੈ ਕੇ। ਅੱਜ ਗੱਲਬਾਤ ਹੋ ਰਹੀ ਹੈ ਬੰਦੀ ਛੋੜ ਦਿਵਸ ਨੂੰ ਲੈ ਕੇ। ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀਗੇ ਉਹਨਾਂ ਪੰਜਾਬੀਆਂ ਦੀ ਜੋ ਪੰਜਾਬ ਛੱਡ ਕੇ 7 ਸਮੁੰਦਰ ਪਾਰ ਜਾ ਕੇ ਵਸ ਗਏ ਨੇ। ਮੈਂ ਜ਼ਿਕਰ ਕਰ ਰਹੀ ਸੀ ਕਿ ਸਖਤ ਮਿਹਨਤਾਂ ਦੇ ਬਾਵਜੂਦ ਦਸਵੰਧ ਕੱਢਦਿਆਂ ਉਹਨਾਂ ਵੱਲੋਂ ਗੁਰੂ ਘਰਾਂ ਲਈ ਜ਼ਮੀਨਾਂ ਖਰੀਦੀਆਂ ਗਈਆਂ, ਗੁਰੂ ਘਰਾਂ ਦੀ ਉਸਾਰੀ ਕਰਵਾਈ ਗਈ। ਤੇ ਅੱਜ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਦੁਨੀਆ ਦੇ ਹਰ ਇੱਕ ਦੇਸ਼ ਦੇ ਵਿੱਚ ਸਿੱਖ ਕੌਮ ਵੱਲੋਂ ਗੁਰੂ ਘਰਾਂ ਦੀਆਂ ਉਸਾਰੀਆਂ ਕਰਵਾਈਆਂ ਗਈਆਂ ਨੇ। ਉੱਥੇ ਸੰਗਤ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਹਰ ਇੱਕ ਦਿਹਾੜਾ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਜੇ ਬੰਦੀ ਛੋੜ ਦਿਵਸ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਹੀ ਗੁਰੂ ਘਰਾਂ ਦੇ ਵਿੱਚ ਵੱਡੇ ਵੱਡੇ ਸਮਾਗਮ ਕਰਵਾਏ ਜਾ ਰਹੇ ਨੇ, ਜਿਸ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਗਈਆਂ ਸੀ। ਕਾਲਰ ਸਾਡੇ ਨਾਲ ਜੁੜ ਗਏ ਨੇ, ਪਹਿਲਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਫਿਰ ਅਸੀਂ ਆਪਣੀ ਗੱਲ ਜਾਰੀ ਰੱਖਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ।
ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਮਨਦੀਪ ਐਂਡ ਸਹਿਯੋਗੀ ਤੇ ਜਿਹੜੇ ਸਰੋਤਿਆਂ ਨੂੰ ਪ੍ਰੇਮ ਭਰੇ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਤੇ ਨਾਲ ਹੀ ਤੁਹਾਨੂੰ ਡਬਲ ਵਧਾਈਆਂ ਜੀ। ਪਹਿਲੀਆਂ ਵਧਾਈਆਂ ਬੀੜ ਬਾਬਾ ਬੁੱਢਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਤੇ ਦੂਜੀਆਂ ਬੰਦੀ ਛੋੜ ਦੀਆਂ ਲੱਖ ਲੱਖ ਵਧਾਈਆਂ ਜੀ। ਜੀ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਬੇਨਤੀ ਹੈ ਵੀ ਗੁਰੂ ਸਾਹਿਬ ਨੇ ਤਾਂ ਆਪਾਂ ਗੱਲ ਚੱਲਦੀ ਸੀਗੀ 52 ਰਾਜੇ ਛਡਾਏ, ਪਰ ਉਹਨਾਂ ਨੇ ਇਹਨਾਂ ਦੀ ਕਦਰ ਨਹੀਂ ਪਾਈ। ਉਹਨਾਂ ਰਾਜਾ ਨੇ ਮੁਸਲਮਾਨਾਂ ਨਾਲ ਰਲ ਕੇ ਦੂਜਿਆਂ ਨਾਲ ਰਲ ਕੇ ਇਹਨਾਂ ਲੜਾਈਆਂ ਲੜੀਆਂ ਜੀ। ਇਸ ਕਰਕੇ ਮਤਲਬ ਜੇ ਕੋਈ ਇਨਸਾਨ ਕਰਦਾ ਜਾਂ ਕੋਈ ਕਿਸੇ ਹਿਸਾਬ 'ਚ ਕੋਈ ਕੰਮ ਕਰਦਾ ਤਾਂ ਸਾਨੂੰ ਇਨਸਾਨਮੰਦ ਹੋਣਾ ਚਾਹੀਦਾ, ਨਾ ਕਿ ਮਤਲਬ ਉਹਦਾ ਬੁਰੇ ਪਾਸੇ ਉਹਦਾ ਰੋਜ਼ਾਨਾ ਦੇਣਾ ਪੈਂਦਾ ਹੈ ਜੀ। ਇਹ ਬਹੁਤ ਮਾੜੀ ਗੱਲ ਉਹਨਾਂ ਵਾਸਤੇ ਕੀਤੀ ਹੈ ਤੇ ਤੁਹਾਨੂੰ ਫਿਰ ਦੁਬਾਰਾ ਇਹਨਾਂ ਦਿਹਾੜਿਆਂ ਦੀਆਂ ਲੱਖ ਲੱਖ ਵਧਾਈਆਂ ਜੀ ਜੀ। ਪਰ ਸੇਖੋ ਸਾਹਿਬ ਅਸੀਂ ਤੁਹਾਡੇ ਤੋਂ ਇੱਕ ਸਵਾਲ ਹੈ ਜਿਹੜਾ ਉਹ ਜ਼ਰੂਰ ਪੁੱਛਣਾ ਚਾਹਾਂਗੇ ਕਿ ਜਦੋਂ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਸੀ, ਫਿਰ ਉਸ ਤੋਂ ਬਾਅਦ ਤੁਸੀਂ ਬਾਹਰ ਚਲੇ ਗਏ, ਤਾਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਦੀਵਾਲੀ ਦਾ ਤਿਉਹਾਰ ਹੈ ਉਹ ਕਿਸ ਤਰੀਕੇ ਦੇ ਨਾਲ ਮਨਾਇਆ ਜਾਂਦਾ ਸੀ ਤੇ ਬਾਹਰ ਜਾ ਕੇ ਕੀ ਕੁਛ ਤੁਹਾਨੂੰ ਇਹਨਾਂ ਵਿਸ਼ੇਸ਼ ਤਿਉਹਾਰਾਂ ਦੇ ਵਿੱਚ ਵੇਖਣ ਨੂੰ ਮਿਲਿਆ? ਇਹਦੇ ਬਾਰੇ ਤੁਸੀਂ ਸਾਨੂੰ ਥੋੜਾ ਜਿਹਾ ਜ਼ਰੂਰ ਜ਼ਿਕਰ ਕਰੋ। ਬੀਬਾ ਜੀ ਬੇਨਤੀ ਹੈ ਵੀ ਜਿਹੜੇ ਤਾਂ ਆਪਣੇ ਹੈਗੇ ਪਰਿਵਾਰ ਆ ਉਹ ਤਾਂ ਉਵੇਂ ਮਨਾਉਂਦੇ ਆ, ਪ੍ਰੇਮ ਨਾਲ ਬਹਿੰਦੇ ਆ, ਪ੍ਰੇਮ ਨਾਲ ਸਾਰੀਆਂ ਗੱਲਾਂ ਪਤਾ ਕਰਦੇ ਆ, ਦਿਹਾੜਿਆਂ ਨੂੰ ਜ਼ਿਆਦਾ ਮਨਾਉਂਦੇ। ਹੁਣ ਅੱਜ ਅਸੀਂ ਬੀੜ ਬਾਬਾ ਬੁੱਢਾ ਸਾਹਿਬ ਦੇ ਮਤਲਬ ਆਪਦੇ ਪਰਿਵਾਰ ਤੇ ਰਿਸ਼ਤੇਦਾਰਾਂ ਤੇ ਹੋਰ ਜਿਹੜੇ ਕੰਪਨੀਆਂ ਵੱਲੋਂ ਤਿੰਨ ਅਖੰਡ ਪਾਠ ਕੀਤੇ ਸੀ, ਜਿਨ੍ਹਾਂ ਦੇ ਅੱਜ ਭੋਗ ਪਾ ਕੇ ਅਸੀਂ ਮਤਲਬ 11 ਵਜੇ ਭੋਗ ਪਏ ਉਹਨਾਂ ਦੇ ਤੇ ਹੁਣੇ ਅਸੀਂ ਘਰੇ ਆਏ ਹਾਂ ਜੀ। ਮਤਲਬ ਜਿਹੜੇ ਤਾਂ ਹੈਗੇ ਪਰਿਵਾਰ ਉਹ ਪਿਆਰ ਰੱਖਦੇ, ਲਾਲਾ ਹਿਸਾਬ ਦਾ ਉਹ ਤਾਂ ਉਵੇਂ ਰੱਖਦੇ ਆ। ਕਈ ਬੰਦੇ ਫਿਰ ਜਿਹੜੇ ਨਵੇਂ ਪਰਿਵਾਰ ਆ ਜਾਂ ਜਿਹੜੇ ਨਵੇਂ ਬੱਚੇ ਆ ਉਹ ਉਸ ਗੱਲ ਨੂੰ ਜੇ ਆਪਾਂ ਨਾ ਦੱਸੀਏ, ਨਾ ਉਹਨਾਂ ਨੂੰ ਮਤਲਬ ਸਮਝਾਈਏ ਵੀ ਆਹ ਆਪਣੇ ਹਥਿਆਰ ਆ ਜਿਹੜੇ ਆਪਣੇ ਇਤਿਹਾਸਕ ਸਾਰੇ ਦੇਣ ਆ, ਉਹਨਾਂ ਨੂੰ ਫਿਰ ਭੁੱਲ ਜਾਂਦੇ ਆ ਜੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਤਾਂ ਗੱਲਾਂ ਤਿਉਹਾਰ ਦੀਆਂ ਹੋ ਰਹੀਆਂ ਨੇ, ਦੀਵਾਲੀ ਦੇ ਮੱਦੇਨਜ਼ਰ ਆਪਾਂ ਗੱਲਬਾਤ ਕਰ ਰਹੇ ਹਾਂ। ਬਲਦੀਪ ਜੀ ਥੋੜੀ ਜਿਹੀ ਗੱਲ ਆਪਾਂ ਪੁਰਾਣੇ ਸਮੇਂ ਨੂੰ ਲੈ ਕੇ ਵੀ ਚੱਲੀ ਜਾਵੇ, ਕਿਉਂਕਿ ਜਦੋਂ ਅਸੀਂ ਆਪਣੇ ਵੱਡਿਆਂ ਦੇ ਨਾਲ ਗੱਲਬਾਤ ਕਰਦੇ ਆ ਨਾ, ਪਰਿਵਾਰ ਦੇ ਵਿੱਚ ਬਹਿੰਦੇ ਆ, ਤਾਂ ਜ਼ਰੂਰੀ ਨਹੀਂ ਹੈ ਕਿ ਸਾਰਾ ਸਮਾਂ ਆਪਾਂ ਫੋਨ ਤੇ ਹੀ ਕੱਢਣਾ ਹੋਵੇ। ਜਦੋਂ ਪਿੰਡਾਂ ਦੇ ਵਿੱਚ ਜਾਈਦਾ, ਰਿਸ਼ਤੇਦਾਰਾਂ ਨੂੰ ਮਿਲੀਦਾ, ਨਾਨਕੇ ਦਾਦਕੇ ਹੋ ਕੇ ਆਈਦਾ, ਤਾਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਆਹ ਦੀਵਾਲੀ, ਕਿਉਂਕਿ ਜਦੋਂ ਅਕਸਰ ਆਪਾਂ ਗੱਲ ਕਰਦੇ ਵੀ ਜਦੋਂ ਛੋਟੇ ਹੁੰਦੇ ਸੀ ਦੀਵਾਲੀ ਦਾ ਬੜਾ ਚਾਅ ਹੁੰਦਾ ਸੀ। ਅੱਜ ਕੱਲ੍ਹ ਉਹ ਸਾਰੇ ਅਰਮਾਨ ਜਿਹੇ ਮਰ ਗਏ ਨੇ, ਹਨਾ। ਸਿਰਫ ਇਹ ਹੁੰਦਾ ਕਿ ਸ਼ਾਪਿੰਗ ਕਰ ਲਓ, ਕੱਪੜੇ ਲੈ ਲਓ, ਪਰ ਉਹੀ ਸਭ ਕੁਝ ਹੈਗਾ ਦੁਬਾਰਾ। ਪਰ ਛੋਟੇ ਹੁੰਦੇ ਦੇ ਤੇ ਵੱਡੇ ਹੁੰਦੇ ਦੇ ਵਿੱਚ ਫਰਕ ਬਹੁਤ ਹੁੰਦਾ। ਸੋ ਗੱਲ ਮੈਂ ਉਹੀ ਸ਼ੁਰੂ ਕਰ ਰਹੀ ਸੀ ਕਿ ਪੁਰਾਣੇ ਟਾਈਮ ਦੀ, ਕਿ ਆਪਾਂ ਉਹਨਾਂ ਤੋਂ ਸੁਣਦੇ ਆ ਕਿ ਫਸਲ ਦਾ ਜਿਹੜਾ ਸੀਜ਼ਨ ਹੈ ਉਹ ਤਾਂ ਤਕਰੀਬਨ ਉਸ ਹਿਸਾਬ ਦਾ ਹੀ ਹੁੰਦਾ, ਹਨਾ। ਤਾਂ ਕਹਿੰਦੇ ਨੇ ਕਿ ਜਦੋਂ ਇਸ ਟਾਈਮ ਤੇ ਉਹ ਵਾਢੀ ਦਾ ਟਾਈਮ ਹੁੰਦਾ ਸੀ, ਨਰਮੇ ਕਪਾਹ ਹਨਾ ਹੁੰਦੇ ਸੀਗੇ ਜਿਹੜੇ ਉਹ ਵੇਚਣ ਜਾਂਦੇ ਸੀਗੇ ਮੰਡੀਆਂ ਦੇ ਵਿੱਚ, ਤਾਂ ਜਦੋਂ ਵਾਪਸ ਪੈਸੇ ਲਿਆਉਂਦੇ ਸੀ ਤਾਂ ਸਾਰੇ ਆਪਣੇ ਬਾਪੂ ਦੀ ਪਰਨੇ ਵੱਲ ਦੇਖਦੇ ਸੀਗੇ ਕਿ ਸਾਡੇ ਬਾਪੂ ਦੇ ਮੋਢਿਆਂ ਤੇ ਜਿਹੜਾ ਪਰਨਾ ਹੈ ਕਿ ਉਹਦੇ ਵਿੱਚ ਜਿਹੜਾ ਬੰਨਿਆ ਗੱਠਾਂ ਦੇ ਵਿੱਚ, ਕਿਉਂਕਿ ਲਿਫਾਫੇ ਤਾਂ ਉਦੋਂ ਹੁੰਦੇ ਨਹੀਂ ਸੀ ਜਾਂ ਝੋਲੇ ਹੁੰਦੇ ਸੀਗੇ, ਹਨਾ, ਵੀ ਉਹਦੇ ਵਿੱਚ ਕੀ ਹੋਊਗਾ। ਕਹਿੰਦੇ ਵੀ ਆਸ ਹੁੰਦੀ ਸੀ ਵੀ ਉਹਦੇ ਵਿੱਚ ਸਿਲਾਂ ਹੋਣਗੀਆਂ, ਉਹਦੇ ਵਿੱਚ ਖਿੱਲਾਂ ਹੋਣਗੀਆਂ ਤੇ ਉਹਦੇ ਵਿੱਚ ਖੇਡਣੇ ਹੋਣਗੇ, ਤੇ ਜਵਾਕ ਉਹਨਾਂ ਨਾਲ ਹੀ ਬੜੇ ਖੁਸ਼ ਹੋ ਜਾਂਦੇ ਸੀ। ਤੇ ਅੱਜ ਦੇ ਮਾਂ-ਬਾਪ ਆਪਣੇ ਬੱਚਿਆਂ ਨੂੰ ਇੰਨੇ ਵੱਡੇ ਵੱਡੇ ਗਿਫਟ ਦੇ ਦਿੰਦੇ ਨੇ, ਫਿਰ ਵੀ ਬੱਚੇ ਨਾਰਾਜ਼ ਹੋ ਜਾਂਦੇ ਨੇ ਕਿ ਨਹੀਂ ਮੁਝੇ ਇਹ ਨਹੀਂ, ਮੁਝੇ ਤਾਂ ਇਹ ਚਾਹੀਏ ਥਾ, ਹਨਾ। ਤਾਂ ਉਹ ਸਮੇਂ ਦੇ ਵਿੱਚ ਤੇ ਇਹ ਸਮੇਂ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਵੇਖਣ ਨੂੰ ਮਿਲ ਰਿਹਾ। ਨਵਦੀਪ ਇਹਦੀ ਗੱਲ ਆਪਾਂ ਕਰੀਏ ਤਾਂ ਬੇਸਿਕਲੀ ਗਲੋਬਲਾਈਜੇਸ਼ਨ ਨਜ਼ਰ ਆਉਂਦੀ ਹੈ, ਕਿਉਂਕਿ ਆਹ ਤੁਹਾਡੇ ਕੋਲ ਜਿਹੜੀ ਛੋਟੀ ਜਿਹੀ ਚੀਜ਼ ਹੈ ਇਹਨੇ ਤੁਹਾਨੂੰ ਪੂਰੀ ਦੁਨੀਆ ਦੇ ਨਾਲ ਕਹਿ ਲਓ ਵੀ ਕਨੈਕਟ ਕਰਤਾ, ਜਾਂ ਐਂ ਕਹਿ ਲਈਏ ਵੀ ਦੁਨੀਆ ਨਾਲ ਕਨੈਕਟ ਕਰਤਾ ਤੇ ਪਰਿਵਾਰ ਨਾਲ ਤੋੜਤਾ, ਇਹ ਵੀ ਕਹਿ ਸਕਦੇ ਆ। ਮਤਲਬ ਐਂਗਲ ਹੈ ਦੇਖਣ ਦਾ, ਕਿਸੇ ਵੀ ਤਰੀਕੇ ਨਾਲ ਦੇਖ ਸਕਦੇ ਆ ਇਸ ਚੀਜ਼ ਨੂੰ। ਔਰ ਹੁਣ ਅੱਜ ਕੱਲ੍ਹ ਦੇ ਨਿਆਣੇ ਨੇ ਜਿਹੜੇ ਇਹਦੇ ਉੱਪਰ ਸਾਰਾ ਕੁਝ ਦੇਖਦੇ ਨੇ, ਉਹ ਫਿਰ ਉਸੇ ਤਰੀਕੇ ਦੀ ਡਿਮਾਂਡ ਕਰਦੇ ਨੇ। ਜਿਸ ਵੇਲੇ ਦੀ ਗੱਲ ਤੁਸੀਂ ਕਰਦੇ ਹੋ ਉਸ ਵੇਲੇ ਇਹ ਯੰਤਰ ਜਿਹੜਾ ਉਹ ਇਜਾਦ ਨਹੀਂ ਸੀ ਹੋਇਆ। ਨਿਆਣੇ ਸੀ ਜਿਹੜੇ, ਜਾਂ ਬੱਚੇ ਕਹਿ ਲਓ, ਜਾਂ ਸਾਡਾ ਬਚਪਨ ਜਿਹੜਾ ਬੀਤਿਆ ਉਹ ਕਿਤੇ ਨਾ ਕਿਤੇ ਗਲੀ ਮੁਹੱਲੇ ਦੇ ਵਿੱਚ ਖੇਡਦੇ ਖੁੱਡਦੇ ਹੈ ਨਾ, ਬੱਚਿਆਂ ਦੇ ਨਾਲ ਲੁਕਣ ਮਿੱਟੀ ਖੇਡਦੇ, ਜਾਂ ਇਸ ਤਰੀਕੇ ਨਾਲ ਬਚਪਨ ਬੀਤਿਆ ਸੀਗਾ। ਤੋ ਉਹ ਡਿਫਰੈਂਟ ਸੀ ਚੀਜ਼। ਮਤਲਬ ਅਗਰ ਕੋਈ ਛੋਟੀ ਚੀਜ਼ ਵੀ ਮਿਲ ਜਾਣੀ, ਕੋਈ ਖਾਣ ਨੂੰ ਕੋਈ ਵਧੀਆ ਚੀਜ਼ ਮਿਲ ਜਾਣੀ ਹੈ ਨਾ, ਉਹੀ ਸਾਡੇ
ਲਈ ਬੜਾ ਉਹ ਹੋਣਾ ਕਿ ਅੱਜ ਜਿਹੜੇ ਸਾਡਾ ਬਾਪੂ ਇਹ ਲੈ ਕੇ ਆਇਆ। ਤੇ ਅੱਜ ਦੇ ਜਿਹੜੇ ਬੱਚੇ ਨੇ ਉਹ ਮੈਨੂੰ ਲੱਗਦਾ ਕਿ ਦੂਜੇ ਪਾਸੇ ਜ਼ਿਆਦਾ ਉਲਝਦੇ ਨੇ ਕਿ ਕੀ ਕੋਈ ਟੈਕਨੀਕਲ ਚੀਜ਼ ਜਾਂ ਹੋਰ ਕੋਈ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਨੇ, ਜਾਂ ਬਾਹਰ ਦਾ ਕੋਈ ਖਾਣਾ ਪੀਣਾ ਕਹਿ ਲਓ, ਫਾਸਟ ਫੂਡ ਹੈ। ਅੱਛਾ, ਚੀਜ਼ਾਂ ਵੀ ਬਹੁਤ ਬਦਲ ਗਈਆਂ ਨੇ। ਤੁਸੀਂ ਦੇਖੋ ਕਿ ਆਪਣੇ ਟਾਈਮ ਦੇ ਵਿੱਚ ਪੀਜ਼ੇ ਬਰਗਰ ਜਦੋਂ ਬਚਪਨ 'ਚ ਸੀਗੇ ਉਦੋਂ ਪੀਜ਼ੇ ਬਰਗਰ ਤਾਂ ਨਹੀਂ ਸੀ ਹੁੰਦੇ ਉਸ ਵੇਲੇ। ਹਾਂ, ਥੋੜਾ ਜਿਹਾ ਬਾਅਦ ਜਾ ਕੇ ਜਦੋਂ ਸਕੂਲ ਕਾਲਜ 'ਚ ਪਹੁੰਚੇ ਤਾਂ ਇੰਟਰੋਡਿਊਸ ਹੋ ਚੁੱਕੇ ਸੀਗੇ, ਇਹ ਚੀਜ਼ਾਂ ਵੀ ਆ ਗਈਆਂ ਸੀ। ਔਰ ਤਾਂ ਮੈਨੂੰ ਲੱਗਦਾ ਕਿ ਇਹ ਬੇਸਿਕ ਡਿਫਰੈਂਸ ਹੈ। ਅੱਜ ਦੇ ਬੱਚੇ ਨੂੰ ਪੀਜ਼ੇ ਦੇ ਬਾਰੇ ਪਤਾ ਹੈ, ਪੀਜ਼ੇ ਦੇ ਵਿੱਚ ਕੀ ਪੈਂਦਾ ਉਸ ਦੇ ਬਾਰੇ ਪਤਾ ਹੈ। ਮੈਨੂੰ ਲੱਗਦਾ ਵੀ ਸਾਡੀਆਂ ਮਾਤਾਵਾਂ ਨੂੰ ਉਸ ਚੀਜ਼ ਸ਼ਾਇਦ ਬੋਲਣੀ ਵੀ ਨਾ ਆਵੇ, ਪ੍ਰੋਨਾਊਂਸ ਨਾ ਕਰਨੀ ਆਵੇ ਵੀ ਅੱਛਾ ਇਹ ਚੀਜ਼ ਵੀ ਜਿਹੜੀ ਹੈ ਉਹ ਪੈਂਦੀ ਹੈਗੀ ਹੈ ਜਾਂ ਇੱਦਾਂ। ਤਾਂ ਇਹ ਡਿਫਰੈਂਸ ਹੈ। ਇੱਕ ਜਨਰੇਸ਼ਨ ਗੈਪ ਹੋ ਜਾਂਦਾ ਬੇਸਿਕਲੀ, ਜੇ ਆਪਾਂ ਗੱਲ ਕਰੀਏ ਕਿ ਇੱਕ ਪੂਰੀ ਦੀ ਪੂਰੀ ਜਨਰੇਸ਼ਨ 'ਚ ਗੈਪ ਹੋ ਜਾਂਦਾ, ਉਹ ਫਿਰ ਉਹ ਦਿਸਦਾ ਹੀ ਹੈ। ਹੁਣ ਜਿਹੜੀ ਤੁਸੀਂ ਜ਼ਿਕਰ ਕੀਤਾ ਉਹ ਇੱਕ ਹਿਸਾਬ ਨਾਲ ਜਨਰੇਸ਼ਨ ਗੈਪ ਹੀ ਹੈ। ਬਿਲਕੁਲ। ਤਾਂ ਉਦਾਂ ਹੀ ਜਿਵੇਂ ਹੁਣ ਥਾਂ ਤੇ ਛਾਪੇਮਾਰੀ ਹੋ ਰਹੀ ਹੈ, ਥਾਂ ਤੇ ਕਿਹਾ ਜਾਂਦਾ ਕਿ ਸਿਹਤ ਦੇ ਨਾਲ ਖਿਲਵਾੜ ਕਰਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਮਾਰਕੀਟ ਦੇ ਵਿੱਚ ਵਿਕ ਰਹੀਆਂ ਨੇ। ਜਿਵੇਂ ਕਿ ਮੈਂ ਤੁਹਾਡੇ ਨਾਲ ਸ਼ੋਅ ਤੋਂ ਪਹਿਲਾਂ ਵੀ ਗੱਲਬਾਤ ਕਰ ਰਹੀ ਸੀ ਕਿ ਜਿਹੜੀਆਂ ਮਿਠਾਈਆਂ ਨੂੰ ਅਸੀਂ ਬੜਾ ਚੱਕ ਕੇ ਖਾਂਦੇ ਆ ਕਿ ਜੀ ਖੋਏ ਵਾਲੀ ਮਿਠਾਈ ਹੈ, ਖੋਏ ਵਾਲੀ ਬਰਫੀ ਹੈ ਜਾਂ ਪੇੜੇ ਨੇ, ਉਹਨਾਂ ਦੇ ਵਿੱਚ ਵੋਲ ਪੁੱਟੀ ਭਰ ਕੇ ਕਿਸ ਤਰੀਕੇ ਦੇ ਨਾਲ ਬਾਜ਼ਾਰਾਂ ਦੇ ਵਿੱਚ ਪੇਸ਼ ਕੀਤੀ ਜਾ ਰਹੀ ਹੈ ਤੇ ਅਸੀਂ ਸਵਾਦ ਲੈ ਕੇ ਖਾ ਰਹੇ ਹਾਂ। ਤਾਂ 3-4 ਦਿਨਾਂ ਦੇ ਵਿੱਚ ਹੀ ਅਜਿਹੀਆਂ ਬਹੁਤ ਖਬਰਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਕਿ ਬਿਮਾਰੀਆਂ ਇਸ ਹਾਲਤ ਵੱਧ ਗਈਆਂ ਨੇ, ਇਸ ਹਾਲਾਤ ਵੱਧ ਤੋਂ ਬੱਤਰ ਹੋ ਗਏ ਨੇ ਕਿ ਹਸਪਤਾਲ ਜਿਹੜੇ ਉਹ ਭਰ ਗਏ ਨੇ। ਪਰ ਉਹੀ ਗੱਲ ਜੇ ਗੱਲ ਕੀਤੀ ਜਾਵੇ ਪੁਰਾਣੇ ਸਮੇਂ ਦੀ, ਤਾਂ ਖੀਰ ਬਣਦਾ ਸੀ, ਪ੍ਰਸ਼ਾਦ ਬਣਦਾ ਸੀ, ਹੈ ਨਾ, ਪੂਰੀਆਂ ਬਣਦੀਆਂ ਸੀ ਘਰਾਂ ਦੇ ਵਿੱਚ। ਤਾਂ ਉਹ ਜਿਵੇਂ ਤੁਸੀਂ ਕਿਹਾ ਕਿ ਕੁਛ ਨਵਾਂ ਬਣਨਾ ਘਰ ਦੇ ਵਿੱਚ, ਤਾਂ ਬੱਚਿਆਂ ਨੂੰ ਪਹਿਲੀ ਚਾਅ ਚੜ ਜਾਂਦਾ ਸੀਗਾ ਕਿ ਕੱਲ ਤੂੰ ਸਾਡੇ ਘਰੇ ਆਈ, ਸਾਡੇ ਘਰੇ ਆਹ ਚੀਜ਼ ਬਣੂਗੀ। ਉਹ ਕਹਿੰਦਾ ਨਹੀਂ ਸਾਡੇ ਘਰੇ ਵੀ ਇਹ ਚੀਜ਼ ਬਣਨੀ ਆ, ਹੈ ਨਾ। ਪਰ ਅੱਜ ਉਹੀ ਗੱਲ ਕਿ ਬਰਗਰਾਂ ਨੇ, ਪੀਜ਼ਿਆਂ ਨੇ, ਸੈਂਡਵਿਚ ਨੇ, ਇਹ ਚੀਜ਼ਾਂ ਨੇ ਜਿਹੜੀਆਂ ਉਹ ਸਾਡੇ ਤੋਂ ਖੋਹ ਲਈਆਂ ਨੇ ਕਿ ਬੱਚੇ ਮਿੱਠੇ ਵੱਲ ਝਾਕਦੇ ਨਹੀਂ, ਖੀਰ ਕੜਾਹ ਇੱਦਾਂ ਦੀਆਂ ਚੀਜ਼ਾਂ ਵੱਲ ਤਾਂ ਉਹ ਦੇਖ ਕੇ ਬਿਲਕੁਲ ਰਾਜ਼ੀ ਨਹੀਂ ਹੈ। ਤਾਂ ਤੁਸੀਂ ਪੀਜ਼ੇ ਦੀ ਗੱਲ ਕੀਤੀ, ਮੈਨੂੰ ਇੱਕ ਗੱਲ ਯਾਦ ਆਈ ਕਿ ਪਿੱਛੇ ਜੇ ਕਰਵਾ ਚੌਥ ਦਾ ਝੱਕਰੀ ਦਾ ਵਰਤ ਸੀਗਾ ਜਿਹੜਾ, ਹੈ ਨਾ, ਸਾਰੇ ਸੈਲੀਬ੍ਰੇਟ ਕਰਕੇ ਹਟੇ ਨੇ, ਵੱਖੋ ਵੱਖਰੀ ਜਿਹਦੀ ਮਾਨਤਾ। ਤਾਂ ਇੱਕ ਬੱਚੇ ਦੇ ਨਾਲ ਮੇਰਾ, ਜਿਵੇਂ ਆਪਾਂ ਅਕਸਰ ਕਿਤੇ ਨਾ ਕਿਤੇ ਖੜ ਕੇ ਗੱਲਬਾਤ ਕਰਨ ਲੱਗ ਜਾਂਦੇ, ਤਾਂ ਉਦੋਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਇਸ ਵਾਰ ਤਾਂ ਝੱਕਰੀ ਤੇ ਤੁਹਾਨੂੰ ਬੜਾ ਮਜ਼ਾ ਆਇਆ ਹੋਏਗਾ ਕਿ ਤੁਹਾਡੀ ਮੰਮੀ ਨੇ, ਹੈ ਨਾ, ਬਹੁਤ ਸਾਰਾ ਸਮਾਨ ਹੈ ਜਿਹੜਾ ਤੁਹਾਨੂੰ ਗਿਫਟ ਦੇ ਰੂਪ 'ਚ ਦਿੱਤਾ ਹੋਏਗਾ। ਉਹਨੇ ਮੈਨੂੰ ਕਿਹਾ ਕਿੱਥੇ ਜੀ, ਸਵਾਦ ਕਿੱਥੇ ਹੋਣਾ? ਮੈਂ ਕਿਹਾ ਕਿਉਂ? ਕਹਿੰਦਾ ਨਮਕੀਨ ਮੱਠੀਆਂ ਪਾਤੀਆਂ, ਮਿੱਠੀਆਂ ਮੱਠੀਆਂ ਪਾਤੀਆਂ ਤੇ ਫਿੱਕੀਆਂ ਮੱਠੀਆਂ ਪਾਤੀਆਂ। ਉਹ ਭਲਾ ਅੱਜ ਕੱਲ ਕੌਣ ਖਾਂਦਾ? ਮੈਂ ਆਪਣੇ ਮੰਮਾ ਨੂੰ ਕਿਹਾ, ਮੰਮਾ ਕੁਝ ਪੀਜ਼ਾ ਪਾਉਣਾ ਸੀ, ਕੁਝ 버ਗਰ ਪਾਉਣਾ ਸੀ। ਫਿਰ ਮੰਮਾ ਨੇ ਕਿਹਾ ਗੱਲ ਤੇਰੀ ਬਿਲਕੁਲ ਠੀਕ ਹੈ, ਹੁਣ ਇਸ ਵਾਰੀ ਜਦੋਂ ਅਗਲੀ ਵਾਰੀ ਝੱਕਰਾ ਹੋਏਗਾ ਨਾ, ਤਾਂ ਫਿਰ ਆਪਾਂ ਕੀ ਕਰਨਾ, ਝੱਕਰੇ ਦੇ ਵਿੱਚ ਜਿਹੜਾ ਸਮਾਨ ਭਰਨਾ 10 ਮਿੰਟ ਪਹਿਲਾਂ ਲੈ ਕੇ ਭਰ ਲਿਆ ਕਰਾਂਗੇ ਤਾਂ ਕਿ ਤੇਰੀ ਵਿਸ਼ ਜਿਹੜੀ ਉਹ ਪੂਰੀ ਹੋ ਜਾਵੇ। ਸੋ ਉਹੀ ਗੱਲ ਕਿ ਬੱਚੇ ਨੇ ਜਿਹੜੇ, ਉਹਨਾਂ ਦੀਆਂ ਡਿਮਾਂਡਸ ਤੇ ਅੱਜ ਕੱਲ ਦੀਆਂ ਚੀਜ਼ਾਂ ਨੂੰ ਲੈ ਕੇ, ਜਦਕਿ ਸਾਨੂੰ ਪਤਾ ਹੈ ਕਿ ਉਹਦੇ ਵਿੱਚ ਪੈਣ ਵਾਲਾ ਸਮਾਨ ਹੈ, ਜੋ ਚੀਜ਼ ਹੈ, ਉਹ ਕਿੰਨੀਆਂ ਜ਼ਿਆਦਾ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੀਆਂ ਨੇ, ਪਰ ਫਿਰ ਵੀ ਅਸੀਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ। ਬਿਲਕੁਲ ਨਦੀਪ, ਇਹ ਤਾਂ ਹੁਣ ਉਹ ਜਿਹੜੀਆਂ ਪਹਿਲਾਂ ਦੇਸੀ ਚੀਜ਼ਾਂ ਹੁੰਦੀਆਂ ਸੀਗੀਆਂ, ਜਿਵੇਂ ਖੀਰ ਦੀ ਗੱਲ ਕੀਤੀ ਹੈ ਜਾਂ ਅਜਿਹੀਆਂ ਹੋਰ ਕੜਾਹ ਪ੍ਰਸ਼ਾਦ ਬਣਨਾ, ਤਾਂ ਉਹ ਤਾਂ ਸਿਹਤ ਲਈ ਬਿਲਕੁਲ ਵੀ ਆਪਾਂ ਕਹਿ ਸਕਦੇ ਕੋਈ ਹਾਨੀਕਾਰਕ ਵਾਲੀ ਤਾਂ ਕੋਈ ਗੱਲ ਹੈ ਨਹੀਂ ਗੀ ਉਹਦੇ ਦੇ ਵਿੱਚ। ਪਰ ਅੱਜ ਕਿਉਂਕਿ ਹੁਣ ਜਿਹੜਾ ਪੀਜ਼ਾ ਹੋ ਗਿਆ ਜਾਂ 버ਗਰ ਹੋ ਗਿਆ ਜਾਂ ਇੱਦਾਂ ਦੀਆਂ ਚੀਜ਼ਾਂ ਹੋ ਗਈਆਂ, ਇਹ ਆਪਾਂ ਕਹਿ ਲਈਏ ਕਿ ਵੈਸਟਰਨ ਵਰਲਡ ਦੀ ਇਜਾਦ ਨੇ, ਗਲੋਬਲਾਈਜੇਸ਼ਨ ਦਾ ਨਤੀਜਾ ਹੈ ਕਿ ਸਾਡੇ ਸਮੋਸੇ ਉੱਥੇ ਤੱਕ ਪਹੁੰਚ ਗਏ। ਵੈਸੇ ਇਹ ਤਾਂ ਕਹਿ ਸਕਦੇ ਹਾਂ, ਪਰ ਉਹਨਾਂ ਦਾ ਮੈਨੂੰ ਲੱਗਦਾ 버ਗਰ ਆਪਣੇ ਜ਼ਿਆਦਾ ਪਹੁੰਚ ਗਿਆ। ਇਹ ਡਿਫਰੈਂਸ ਜ਼ਰੂਰ ਹੈ। ਪਤਾ ਨਹੀਂ, ਜਾਂ ਤਾਂ ਅਸੀਂ ਸਮੋਸੇ ਉੱਥੇ ਤੱਕ ਜ਼ਿਆਦਾ ਹਾਲਾਂਕਿ ਪਹੁੰਚੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਜਿਹੜਾ ਵਿਦੇਸ਼ੀ ਭਾਈਚਾਰਾ ਬੈਠਾ ਵਿਦੇਸ਼ਾਂ ਦੇ ਵਿੱਚ, ਉਹਨਾਂ ਨੇ ਸਮੋਸੇ ਜੀ ਤੇ ਨਾਲ ਆ ਜਿਹੜੇ ਪੂੜੇ ਤੇ ਹੋਰ ਇਹ ਚੀਜ਼ਾਂ ਪਹੁੰਚਾਤੀਆਂ ਉੱਥੇ, ਛੋਲੇ ਭਟੂਰੇ, ਇਹ ਸਾਰਾ ਇਹ ਸਭ ਕੁਝ ਪਹੁੰਚਾਤਾ ਉੱਥੇ। ਪਰ ਮੈਨੂੰ ਲੱਗਦਾ ਕਿ ਵੈਸਟਰਨ ਵਰਲਡ ਦਾ 버ਗਰ ਤੇ ਪੀਜ਼ਾ ਜਿਹੜਾ ਉਹ ਦੁਨੀਆ ਦੇ ਉੱਪਰ ਉਹਨੇ ਅਲੱਗ ਹੀ ਛਾਪ ਛੱਡੀ ਹੈ। ਤੇ ਉਹ ਫਿਰ ਉਹ ਕਿਤੇ ਨਾ ਕਿਤੇ ਸਾਡੇ ਬੱਚਿਆਂ ਨੂੰ ਵੀ ਦੂਰ ਤੋਂ ਹੀ ਕਿਤੇ ਉਹ ਪੈਂਫਲੇਟ ਦੇਖ ਲੈਣ ਜਾਂ ਹੋਰ ਦੇਖ ਲੈਣ, ਉਹ ਫਿਰ ਦੂਰ ਤੋਂ ਹੀ ਉਹਨਾਂ ਨੂੰ ਅਟਰੈਕਟ ਕਰਦਾ ਵੀ ਆਹ ਚੀਜ਼ ਜਿਹੜੀ ਆ ਇਹ ਖਾਣ ਵਾਲੀ ਆ, ਆਪਾਂ ਇਹ ਖਾਵਾਂਗੇ। ਤਾਂ ਉਹ ਇਹ ਚੀਜ਼ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਗਲੋਬਲਾਈਜੇਸ਼ਨ ਦਾ ਇਫੈਕਟ ਹੈ ਔਰ ਸਾਰੇ ਬੱਚੇ ਉਸ ਤਰੀਕੇ ਨਾਲ ਕਰਦੇ ਨੇ। ਹਾਂ, ਤਿਉਹਾਰਾਂ ਦਾ ਜਿੱਥੇ ਤੱਕ ਗੱਲ ਕਰੀਏ ਤਾਂ ਦੀਵਾਲੀ ਦਾ ਤਿਉਹਾਰ ਹੈ ਜਿਹੜਾ, ਉਹ ਬੇਸਿਕਲੀ ਘਿਓ ਦੇ ਦੀਵੇ ਬਾਲ ਕੇ, ਇੱਕ ਤਾਂ ਉਹਦੇ ਨਾਲ ਇਹ ਮੰਨਿਆ ਜਾਂਦਾ ਹੈ ਕਿ ਘਿਓ ਦੇ ਦੀਵੇ ਬਾਲਣ ਦੇ ਨਾਲ ਹਵਾ ਜਿਹੜੀ ਹੈ ਉਹ ਸ਼ੁੱਧ ਜਿਹੜੀ ਹੈ ਹੁੰਦੀ ਹੈ, ਇਸ ਤਰੀਕੇ ਦਾ ਮੰਨਣਾ ਹੈਗਾ। ਔਰ ਉਹ ਦੀਵੇ ਬਾਲ ਕੇ ਗੁਰਦੁਆਰਿਆਂ ਦੇ ਵਿੱਚ
ਘਰ ਦੇ ਉੱਪਰ ਔਰ ਇਸ ਤਰੀਕੇ ਦੇ ਨਾਲ ਮਨਾਉਣ ਦਾ ਰਿਵਾਜ ਜਿਹੜਾ ਉਹ ਪਹਿਲਾਂ ਤੋਂ ਹੈਗਾ। ਹੁਣ ਕਿਸ ਤਰੀਕੇ ਨਾਲ ਮਨਾਉਂਦੇ ਨੇ? ਹੁਣ ਚਲੋ ਠੀਕ ਹੈ, ਹੁਣ ਲਾਈਟਾਂ ਆ ਗਈਆਂ ਜਿਹੜੀਆਂ ਲੜੀਆਂ ਨੇ ਆਪਾਂ ਲਾ ਕੇ ਉਸ ਤਰੀਕੇ ਨਾਲ ਮਨਾ ਲੈਂਦੇ ਆ ਔਰ ਜ਼ਾਹਿਰ ਹੈ ਗੱਲ ਹੈ ਕਿ ਦੀਵੇ ਵੀ ਲੋਕ ਜ਼ਰੂਰ ਬਾਲਦੇ ਨੇ। ਜੀ ਜੀ ਬਿਲਕੁਲ। ਤਾਂ ਦੀਵਿਆਂ ਦੀ ਗੱਲ ਹੋ ਰਹੀ ਹੈ, ਮਿਠਾਈਆਂ ਦੀ ਗੱਲ ਹੋ ਰਹੀ ਹੈ, ਤੇ ਨਾਲ ਗੱਲ ਹੈ ਜਿਹੜੀ ਉਹ ਪਟਾਕਿਆਂ ਦੀ ਵੀ ਕਰਨੀ ਬਣਦੀ ਹੈ, ਕਿਉਂਕਿ ਪਟਾਕੇ ਚਲਾਉਣ ਦੇ ਨਾਲ ਜਿੱਥੇ ਲੋਕਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤਾਂ ਉੱਥੇ ਹਜ਼ਾਰਾਂ ਦੀ ਏਕੜ ਦੇ ਵਿੱਚ ਜਿਹੜੇ ਪਟਾਕੇ ਨੇ ਉਹ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਫੈਲਾ ਦਿੰਦੇ ਨੇ। ਤਾਂ ਅਗਲੇ ਹੀ ਦਿਨ ਲੋਕਾਂ ਦਾ ਸਾਹ ਆਉਣਾ ਬੰਦ ਹੋ ਜਾਂਦਾ ਹੈ ਨਾ। ਜਦੋਂ ਜਿਹੜੇ ਲੋਕਾਂ ਨੇ ਅਰਲੀ ਮਾਰਨਿੰਗ ਆਪਣੇ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ ਦੀਵਾਲੀ ਤੋਂ ਬਾਅਦ, ਉਹ ਬਹੁਤ ਸਾਰੀਆਂ ਦੁਰਘਟਨਾਵਾਂ ਉਹਨਾਂ ਨਾਲ ਐਸੀਆਂ ਵਾਪਰ ਜਾਂਦੀਆਂ ਨੇ। ਤਾਂ ਖੁਦਾ ਨਾ ਖਾਸ ਕਿਸੇ ਨਾਲ ਕੋਈ ਵੀ ਅਜਿਹੀ ਘਟਨਾ ਵਾਪਰੇ, ਸੋ ਸਾਰਿਆਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਆਪੋ ਆਪਣੇ ਏਰੀਆਜ਼ ਦੇ ਵਿੱਚ ਧਿਆਨ ਰੱਖਣਾ, ਕਿਉਂਕਿ ਕਈ ਜਗ੍ਹਾ 'ਤੇ ਤਾਂ ਪਟਾਕਿਆਂ 'ਤੇ ਪੂਰੇ ਤਰੀਕੇ ਨਾਲ ਪਾਬੰਦੀ ਵੀ ਲਗਾਈ ਗਈ ਹੈ। ਬਿਲਕੁਲ ਨਵਦੀਪ ਜੀ, ਪਟਾਕਿਆਂ ਦੀ ਗੱਲ ਕਰੀਏ ਤਾਂ ਜਿਹੜਾ ਉਹ ਦਿੱਲੀ ਦੇ ਵਿੱਚ ਉਹ ਪਾਬੰਦੀ ਲਗਾਈ ਗਈ ਹੈ, ਚੰਡੀਗੜ੍ਹ ਦੇ ਵਿੱਚ ਗ੍ਰੀਨ ਪਟਾਕੇ, ਤੇ ਪੰਜਾਬ ਦੇ ਵਿੱਚ ਖੈਰ ਕੋਈ ਇੱਦਾਂ ਦੀ ਕੋਈ ਪਾਬੰਦੀ ਜਿਹੜੀ ਆ ਉਹ ਨਹੀਂ ਹੈਗੀ ਹੈ। ਔਰ ਇੱਕ ਪਾਸੇ ਦੇਖਿਆ ਜਾਵੇ ਤਾਂ ਪ੍ਰਦੂਸ਼ਣ ਦੇ ਲਈ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ, ਪਰ ਦੂਜੇ ਪਾਸੇ ਹੁਣ ਜਦੋਂ ਦੁਸ਼ਹਿਰੇ 'ਤੇ ਜਾਂ ਦੀਵਾਲੀ ਦੇ ਉੱਪਰ ਵੱਡੇ ਪੱਧਰ 'ਤੇ ਜਿਹੜੇ ਨੇ ਉਹ ਪਟਾਕੇ ਚਲਾਏ ਜਾਣੇ ਨੇ ਤਾਂ ਉਸ ਪ੍ਰਦੂਸ਼ਣ ਦੇ ਲਈ ਕੌਣ ਜ਼ਿੰਮੇਵਾਰ ਹੈ? ਇਹ ਸੋਚਣ ਵਾਲੀ ਗੱਲ ਹੈ। ਔਰ ਗ੍ਰੀਨ ਪਟਾਕੇ ਦਾ ਜ਼ਿਕਰ ਅਕਸਰ ਸਰਕਾਰਾਂ ਕਰਦੀਆਂ ਨੇ ਕਿ ਗ੍ਰੀਨ ਪਟਾਕੇ ਜਿਹੜੇ ਨੇ ਉਹ ਚਲਾਓ। ਵੈਸੇ ਤਾਂ ਦੀਵਾਲੀ ਹੈ ਜਿਹੜਾ ਨਵਦੀਪ, ਉਹ ਰੌਸ਼ਨੀ ਦਾ ਤਿਉਹਾਰ ਹੈ, ਮਿਠਾਈਆਂ ਦਾ ਤਿਉਹਾਰ ਹੈ, ਔਰ ਉਸ ਨੂੰ ਉਸ ਤਰੀਕੇ ਨਾਲ ਹੀ ਮਨਾਈਏ ਤਾਂ ਮੇਰੇ ਖਿਆਲ ਜ਼ਿਆਦਾ ਬਿਹਤਰ ਹੈ। ਪਟਾਕੇ ਜੇ ਆਪਾਂ ਨਾ ਵੀ ਚਲਾਈਏ ਤਾਂ ਕੋਈ ਐਡੀ ਜ਼ਿਆਦਾ ਕੋਈ ਘਾਟ ਨਹੀਂ ਪੈਣ ਲੱਗੀ ਵੀ ਕੋਈ ਜ਼ਿਆਦਾ ਘਾਟ ਪੈ ਜਾਏਗੀ। ਆਪਾਂ ਕ੍ਰਿਸਮਸ ਦੇਖਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਕ੍ਰਿਸਮਸ ਮਨਾਈ ਜਾਂਦੀ ਹੈ, ਤਾਂ ਉੱਥੇ ਕੀ ਹੁੰਦਾ ਕਿ ਕੋਈ ਖਾਸ ਜਗ੍ਹਾ ਮੁਕਰਰ ਕਰ ਲੈਂਦੇ ਨੇ, ਉਸ ਖਾਸ ਜਗ੍ਹਾ ਦੇ ਉੱਪਰ ਹੀ ਉਹ ਆਤਿਸ਼ਬਾਜ਼ੀ ਜਿਹੜੀ ਆ ਉਹ ਸਾਰਾ ਜੋ ਕੰਟਰੀ ਕਹਿ ਲਓ ਜਾਂ ਕੋਈ ਸਟੇਟ ਕਹਿ ਲਓ, ਉੱਥੋਂ ਜਿਹੜਾ ਹੈ ਉਹਦਾ ਜ਼ਿਆਦਾ ਲਾਈਵ ਬ੍ਰੌਡਕਾਸਟ ਕਰ ਦਿੰਦੇ ਨੇ ਜਾਂ ਲੋਕ ਉੱਥੇ ਪਹੁੰਚ ਕੇ ਉਸ ਆਤਿਸ਼ਬਾਜ਼ੀ ਦਾ ਜਿਹੜਾ ਉਹ ਮਜ਼ਾ ਲੈ ਲੈਂਦੇ ਨੇ। ਜੀ ਬਿਲਕੁਲ। ਤਾਂ ਇਸ ਦੇ ਨਾਲ ਹੀ ਜਿਹੜੀਆਂ ਖਬਰਾਂ ਨੇ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀ ਆ ਰਹੀਆਂ ਨੇ ਕਿ ਸਾਰੇ ਕਿਤੇ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਨੇ ਜਿਹੜੇ ਉਹ ਕੀਤੇ ਗਏ ਨੇ, ਕਿਉਂਕਿ ਅੱਜ ਦੇ ਦਿਨ ਬਾਜ਼ਾਰਾਂ ਦੇ ਵਿੱਚ ਵੀ ਬਹੁਤ ਭੀੜ ਭੜੱਕਾ ਰਹੇਗਾ। ਤੇ ਜੇ ਗੱਲ ਕੀਤੀ ਜਾਵੇ ਗੁਰੂ ਘਰਾਂ ਦੀ ਤਾਂ ਉੱਥੇ ਵੀ ਸੰਗਤ ਦਾ ਆਉਣਾ ਜਾਣਾ ਰਹੇਗਾ, ਕਿਉਂਕਿ ਬਹੁਤ ਸਾਰੀ ਸੰਗਤ ਹੈ ਜਿਹੜੀ ਸਵੇਰੇ 4 ਵਜੇ ਤੋਂ ਹੀ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣੀ ਸ਼ੁਰੂ ਹੋ ਗਈ ਹੈ। ਸੋ ਚੌਕਸੀ ਬੇਹੱਦ ਵਧਾਈ ਗਈ ਹੈ। ਜੇ ਵੱਡੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਉਧਰੋਂ ਬਠਿੰਡਾ, ਪਟਿਆਲਾ, ਤਾਂ ਇਹਨਾਂ 5 ਸ਼ਹਿਰਾਂ ਦੇ ਵਿੱਚ ਚੌਕਸੀ ਬਹੁਤ ਜ਼ਿਆਦਾ ਵਧਾਈ ਗਈ ਹੈ। ਤਾਂ ਖਬਰਾਂ ਇਹ ਵੀ ਨੇ ਕਿ ਕੋਈ ਸ਼ਰਾਰਤੀ ਅਨਸਰ ਭੀੜ ਭੜੱਕੇ ਵਾਲੇ ਏਰੀਏ ਦੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚਾ ਜਾਵੇ, ਇਸ ਦੇ ਲਈ ਪੁਖਤਾ ਪ੍ਰਬੰਧ ਨੇ ਕੀਤੇ ਗਏ ਨੇ। ਪੰਜਾਬ ਪੁਲਿਸ ਪੂਰੇ ਅਲਰਟ ਤੇ ਨੇ ਤੇ ਬਹੁਤ ਸਾਰੀਆਂ ਕਮਾਂਡੋ ਫੋਰਸ ਨੇ ਜਿਹੜੀਆਂ ਉਹ ਵੀ ਲਾਈਆਂ ਗਈਆਂ ਨੇ। ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਲੈਂਦੇ ਹੋ? ਬਿਲਕੁਲ ਨਵਦੀਪ, ਤਿਉਹਾਰਾਂ ਦੇ ਮੌਕੇ ਸੁਰੱਖਿਆ ਜਿਹੜੀ ਆ ਉਹ ਮੁੱਖ ਤੌਰ ਤੇ ਸਾਹਮਣੇ ਆਉਂਦੀ ਆ। ਜੀ ਬਿਲਕੁਲ, ਆਪਾਂ ਗੱਲ ਕਰਾਂਗੇ। ਕਾਲਰ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰ ਲਈਏ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂ ਬੇਟਾ, ਸਤਿ ਸ਼੍ਰੀ ਅਕਾਲ ਬੇਟਾ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਬੜੀ ਪਤੇ ਦੇ ਇਤਿਹਾਸ ਦੀ। ਜੀ ਜੀ। ਦੇਖੋ, ਜਦੋਂ ਇਹ ਬਾਹਰੋਂ ਆਏ ਆ ਨਾ ਆਪਣੇ ਤੁਰਕ, ਇਹਨਾਂ ਨੇ ਬੇਟਾ ਕਾਜੀ ਮਲਾਣੇ ਨਹੀਂ ਸੀ ਆਏ। ਇਹ ਜਿਹੜੇ ਕਾਜੀ ਮਲਾਣੇ, ਕਿਉਂਕਿ ਜਿੱਥੋਂ ਇਹ ਆਏ ਸੀ ਨਾ ਉੱਥੇ ਇੱਕ ਤਾਂ ਖਾਣ ਪੀਣ ਬੜਾ ਵਧੀਆ ਸੀ, ਇੱਕ ਉੱਥੇ ਬੇਟਾ ਮੌਸਮ ਬਹੁਤ ਵਧੀਆ ਸੀਗਾ। ਇਹ ਫਿਰ ਜਿਹੜੇ ਕਾਜੀ ਮਲਾਣੇ ਆ ਨਾ ਬੇਟਾ, ਇਹਨਾਂ ਨੇ ਇਬਰਾਹਿਮ ਲੋਧੀ ਨੇ ਸੁਲਤਾਨਪੁਰ ਲੋਧੀ ਇੱਕ ਸਕੂਲ ਖੋਲਿਆ ਸੀਗਾ। ਉੱਥੇ ਫਿਰ ਜਿਹੜੇ ਆਪਣੇ ਬੰਦੇ ਸੀ ਨਾ, ਆਪਣੇ ਬਹੁਤ ਤੇਜ਼ ਬੰਦੇ, ਤੇਜ਼ ਪਰਿਵਾਰਾਂ ਦੇ ਬੰਦੇ ਵੀ ਚਲੋ ਗਵਰਨਮੈਂਟ ਦੇ ਨੇੜੇ ਹੋ ਜਾਂਦੇ, ਉਹ ਬੇਟਾ ਕਾਜੀ ਮਲਾਣੇ ਭਰਤੀ ਹੋਏ ਸੀ। ਤੇ ਤੁਹਾਨੂੰ ਹੋਰ ਦੱਸਦਾ ਵੀ ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਦੀ ਭੈਣ ਵਿਆਹੀ ਸੀ। ਉਹਨਾਂ ਦਿਨਾਂ 'ਚ ਭੈਣ ਦੇ ਪਿੰਡ ਦਾ ਲੋਕ ਪਾਣੀ ਨਹੀਂ ਸੀ ਪੀਂਦੇ, ਪਰ ਗੁਰੂ ਨਾਨਕ ਸਾਹਿਬ ਨੂੰ ਜਦੋਂ ਪਤਾ ਲੱਗਿਆ, ਰਾਏ ਬਲਾਰ ਨੇ ਦੱਸਿਆ ਵੀ ਸੱਚੇ ਪਾਤਸ਼ਾਹ ਐਂ ਹੋ ਗਿਆ, ਕਾਜੀ ਮਲਾਣਿਆਂ ਨੇ ਤਾਂ ਕਾਨੂੰਨ ਦੱਸਣਾ ਵਾ, ਇਹ ਤਾਂ ਬਾਹਰਲੇ ਬੰਦੇ ਆ ਸਾਰੇ, ਤੇ ਕਾਜੀ ਮਲਾਣੇ ਆਪਣੇ ਸ਼ੈਤਾਨ ਬੰਦੇ ਭਰਤੀ ਹੋ ਗਏ। ਫਿਰ ਗੁਰੂ ਨਾਨਕ ਸਾਹਿਬ ਪੁੱਤ 11 ਸਾਲ ਰਹੇ ਸੀ ਇੱਥੇ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਇਹ ਸ਼ੈਤਾਨ ਇੰਨੇ ਸੀ। ਇਹ ਪੁੱਤ ਜਿੰਨਾ ਵੀ ਧੱਕਾ ਹੋਇਆ ਨਾ ਮੁਗਲ ਪੀੜ ਵਿੱਚ, ਮੁਸਲਮਾਨ ਪੀੜ ਵਿੱਚ, ਉਹ ਆਪਣੇ ਬੰਦਿਆਂ ਨੇ ਕਰਾਇਆ। ਕਾਜੀ ਮਲਾਣੇ ਨੇ ਫਤਵੇ ਜਾਰੀ ਕੀਤੇ ਆ। ਇਹ ਸਾਰੀ ਇਹਨਾਂ ਗੁਰਦੁਆਰਿਆਂ ਤੋਂ ਸਾਰੀ ਜਿੰਨਾ ਇਤਿਹਾਸ ਗਲਤ ਦੱਸਦੇ ਆ,
ਤਾਂ ਕਿ ਵੀ ਸਾਡੇ ਜਿਹੜਾ ਪੰਜਾਬੀ ਭਾਈਚਾਰਾ, ਹੁਣ ਬੇਟਾ ਦੇਖੋ ਜਿੰਨੇ ਮੁਸਲਮਾਨ ਪਾਕਿਸਤਾਨ ਦੇ ਇਹ ਪੰਜਾਬੀ ਬੋਲਦੇ ਆ, ਇੱਕ ਪਾਸੇ ਅਸੀਂ ਕਹਿੰਦੇ ਪੰਜਾਬੀ ਭਾਈਚਾਰਾ ਵਧੇ, ਇੱਕ ਪਾਸੇ ਅਸੀਂ ਜਿਉਂ ਲੱਗਦੇ ਹਾਂ ਆਹ ਦੇਖਿਓ ਹੁਣ ਇਹਨਾਂ ਨੇ ਕੀ ਕਰਨਾ ਹੈ ਜੀ। ਤੇ ਇਸ ਕਰਕੇ ਬੇਟਾ ਇਹ ਤਾਂ ਸਾਰਾ ਹੀ ਕੁਛ ਗਲਤ ਵਾ, ਇਹ ਤਾਂ ਇਹਨਾਂ ਦਾ ਕੋਈ ਕਸੂਰ ਨਹੀਂ ਜੀ, ਸਾਡੇ ਬੰਦਿਆਂ ਦਾ ਕਸੂਰ ਸੀ ਬੇਟਾ। ਓਕੇ ਓਕੇ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ। ਤਾਂ ਬਲਦੀਪ ਜੀ ਕੀ ਕਹਿਣਾ ਚਾਹੋਗੇ ਇਸ ਗੱਲ ਬਾਰੇ? ਬਿਲਕੁਲ ਨਵਦੀਪ, ਉਹਨਾਂ ਨੇ ਆਪਣੀ ਚਲੋ ਗੱਲ ਰੱਖੀ ਹੈ ਔਰ ਉਹਦੇ 'ਚ ਜ਼ਿਕਰ ਉਹਨਾਂ ਦਾ ਬੇਸਿਕਲੀ ਰਿਹਾ, ਉਹਨਾਂ ਦਾ ਪੁਆਇੰਟ ਜਿਹੜਾ ਜਿੰਨਾ ਕੁ ਮੈਨੂੰ ਸਮਝ ਆਇਆ ਉਹ ਇਹ ਉਹਨਾਂ ਦਾ ਕਹਿਣਾ ਸੀ ਕਿ ਮੁਸਲਿਮ ਜਿਹੜੇ ਰੂਲਰ ਸੀ ਜਾਂ ਮੁਸਲਿਮ ਲੋਕ ਸੀਗੇ, ਉਹਨਾਂ ਦੇ ਵੱਲੋਂ ਸਿੱਖ ਧਰਮ ਦੇ ਨਾਲ ਜਾਂ ਸਿੱਖਾਂ ਦੇ ਨਾਲ ਕੋਈ ਜ਼ਿਆਦਾ ਰੰਜਿਸ਼ ਨਹੀਂ ਸੀ, ਬਲਕਿ ਜਿਹੜੀ ਮੈਂ ਗੱਲ ਪਹਿਲਾਂ ਆਪਣੀ ਉਹ ਗੱਲ ਦੇ ਵਿੱਚ ਕਹੀ ਸੀਗੀ ਕਿ ਤਾਰਾ ਚੰਦ ਸੀ ਜਿਹੜਾ, ਉਹ ਦਾਦਾ ਸੀ ਭੀਮ ਚੰਦ ਦਾ, 22 ਧਾਰ ਦੇ ਰਾਜੇ ਸੀ, ਸਨਾਤਨ ਮਤ ਦੇ ਵਿੱਚੋਂ ਸੀ, ਹਿੰਦੂ ਮਤ ਦੇ ਵਿੱਚੋਂ ਸੀ ਔਰ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਜਿਹੜਾ ਲੜੇ। ਮੈਨੂੰ ਲੱਗਦਾ ਉਹੀ ਪੁਆਇੰਟ ਦਾ ਜ਼ਿਕਰ ਉਹ ਵੀ ਕਰ ਰਹੇ ਸੀ ਕਿ ਜਿਹੜੇ ਹਿੰਦੁਸਤਾਨ ਦੇ ਹੀ ਲੋਕ ਸੀਗੇ ਉਹੀ ਆਪਣਿਆਂ ਦੇ ਖਿਲਾਫ ਜਿਹੜੇ ਉਹ ਵਧੇਰੇ ਲੜੇ ਨੇ। ਚਲੋ ਇਹ ਤਾਂ ਐਗਜ਼ਾਮਪਲਾਂ ਡੈਫੀਨੇਟਲੀ ਮਿਲਦੀਆਂ ਹੀ ਨੇ ਉਸ ਚੀਜ਼ ਨਾਲ, ਬਲਕਿ ਇੱਥੋਂ ਤੱਕ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਜਦੋਂ ਅੰਮ੍ਰਿਤ ਛਕਾਇਆ ਔਰ ਉਸ ਤੋਂ ਬਾਅਦ ਇਹ ਹੋਇਆ ਕਿ ਜਿਹੜੇ 22 ਧਾਰ ਦੇ ਰਾਜੇ ਸੀ ਕਹਿੰਦੇ ਅਸੀਂ ਵੀ ਅੰਮ੍ਰਿਤ ਛਕ ਲੈਂਦੇ ਹਾਂ, ਪਰ ਸਾਡਾ ਬਾਟਾ ਜਿਹੜਾ ਅੰਮ੍ਰਿਤ ਦਾ ਬਾਟਾ ਹੈ ਉਹ ਵੱਖ ਹੋਣਾ ਚਾਹੀਦਾ। ਅਸੀਂ ਕਹਿੰਦੇ ਵੀ ਜਿਹੜੇ ਮਜ਼ਹਬੀ ਨੇ ਜਾਂ ਨੀਵੀਆਂ ਜਾਤਾਂ ਵਾਲੇ ਨੇ, ਕਹਿੰਦੇ ਅਸੀਂ ਉਹਨਾਂ ਦੇ ਨਾਲ ਬੈਠ ਕੇ ਅੰਮ੍ਰਿਤ ਨਹੀਂ ਛਕਣਾ ਹੈਗਾ। ਤਾਂ ਉਸ ਕਨਸੈਪਟ ਨੂੰ ਵੀ ਜਿਹੜਾ ਉਹਨਾਂ ਨੇ ਨਹੀਂ ਮੰਨਿਆ ਔਰ ਮੈਨੂੰ ਲੱਗਦਾ ਕਿ ਉਸੇ ਚੀਜ਼ ਦਾ ਉਹ ਜ਼ਿਕਰ ਕਰ ਰਹੇ ਸੀ ਕਿ ਮੁਸਲਮਾਨਾਂ ਦੇ ਕੋਲ ਜਿਵੇਂ ਕਿ ਹੋਰ ਵੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ, ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ, ਉਸ ਦੇ ਵਿੱਚ ਜਿਹੜਾ ਗੰਗੂ ਦਾ ਜ਼ਿਕਰ ਆਉਂਦਾ ਹੈਗਾ ਔਰ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਸੂਹ ਜਿਹੜੀ ਹੈ ਅੱਗੇ ਤੱਕ ਪਹੁੰਚਾਈ ਗਈ ਔਰ ਜਿਹੜੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈਗੀ ਹੈ ਉਹ ਕਿਸ ਧਰਮ ਤੋਂ ਬਿਲੋਂਗ ਕਰਦੇ ਸੀਗੇ। ਤਾਂ ਇਹ ਇਹਨਾਂ ਛੋਟੀ-ਛੋਟੀਆਂ ਚੀਜ਼ਾਂ ਦਾ ਜ਼ਿਕਰ ਆਉਂਦਾ। ਪਰ ਦੂਜੇ ਪਾਸੇ ਐਗਜ਼ਾਮਪਲਾਂ ਹੋਰ ਵੀ ਨੇ, ਮੋਤੀ ਰਾਮ ਮਹਿਰਾ ਉਸ ਦਾ ਜ਼ਿਕਰ ਆਉਂਦਾ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਜਿਹੜਾ ਉਹ ਠੰਡੇ ਬੁਰਜ ਦੇ ਵਿੱਚ ਜਿਹੜਾ ਉਹ ਦੁੱਧ ਪਿਲਾਇਆ ਔਰ ਬਾਅਦ ਦੇ ਵਿੱਚ ਮੋਤੀ ਰਾਮ ਮਹਿਰਾ ਦਾ ਜਿਹੜਾ ਪਰਿਵਾਰ ਹੈ ਉਹ ਕਿਤੇ ਨਾ ਕਿਤੇ ਕੋਲੂ ਦੇ ਵਿੱਚ ਜਿਹੜਾ ਪੀੜ ਕੇ ਜਿਹੜਾ ਉਸਨੂੰ ਸ਼ਹੀਦ ਕੀਤਾ ਗਿਆ। ਤਾਂ ਉਹ ਵੀ ਇੱਕ ਜ਼ਿਕਰ ਹੈਗਾ। ਮਤਲਬ ਮੈਂ ਵੈਸੇ ਬੇਸਿਕਲੀ ਇਹ ਕਹੂੰਗਾ ਵੀ ਆਪਾਂ ਕਿਸੇ ਵੀ ਪਰਟੀਕੂਲਰ ਲੋਕਾਂ ਨੂੰ ਟਾਰਗੇਟ ਜਿਹੜਾ ਉਹ ਨਹੀਂ ਇਸ ਤਰੀਕੇ ਦੇ ਨਾਲ ਕਰਨਾ ਚਾਹੀਦਾ। ਹਰੇਕ ਧਰਮ ਦੇ ਵਿੱਚ, ਹਰੇਕ ਖਿੱਤੇ ਦੇ ਵਿੱਚ, ਹਰੇਕ ਮੁਲਕ ਦੇ ਵਿੱਚ ਚੰਗੇ ਲੋਕ ਵੀ ਨੇ, ਮਾੜੇ ਲੋਕ ਵੀ ਨੇ। ਉਹ ਆਪਾਂ ਉਹਨਾਂ ਨਾਲ ਕਿਵੇਂ ਡੀਲ ਕਰਨਾ, ਕਿਵੇਂ ਆਪਾਂ ਉਹਨਾਂ ਨੂੰ ਮੇਰੇ ਹਿਸਾਬ ਨਾਲ ਤਾਂ ਕਿ ਪਿਆਰ ਮੁਹੱਬਤ ਨਾਲ ਅਗਰ ਰਿਹਾ ਜਾਵੇ ਤਾਂ ਜ਼ਿਆਦਾ ਬਿਹਤਰ ਹੈ। ਹਰੇਕ ਸੁਸਾਇਟੀ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਨੇ, ਮਾੜੇ ਲੋਕ ਵੀ ਹੁੰਦੇ ਨੇ। ਇਸ ਗੱਲ ਦਾ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਹੈ। ਜੀ ਬਿਲਕੁਲ। ਤਾਂ ਅਕਸਰ ਕੋਈ ਗੱਲ ਚੱਲਦੀ ਆ ਤਾਂ ਇੱਕ ਕਹਾਵਤ ਵਰਤੀ ਜਾਂਦੀ ਹੈ ਕਿ ਜਿਹੜੀ ਵਾੜ ਹੈ ਉਹੀ ਖੇਤ ਨੂੰ ਖਾ ਗਈ ਹੈ। ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ ਜੇ ਅਸੀਂ ਗੱਲ ਕਰ ਲਈ ਜਾਈਏ, ਕਿਤੇ ਵੀ ਕੋਈ ਵੱਡਾ ਹਮਲਾ ਹੋਇਆ, ਕੋਈ ਘਰ ਬਰਬਾਦ ਹੋਇਆ ਹੈ ਨਾ, ਕੋਈ ਸਲਤਨਤ ਆਪਾਂ ਕਹਿ ਦਈਏ ਤਬਾਹ ਹੋਈ ਹੈ, ਤਾਂ ਇਹੀ ਕਿਹਾ ਜਾਂਦਾ ਕਿ ਵਿੱਚ ਵਾਲਿਆਂ ਦਾ ਹੀ ਵੱਡਾ ਹੱਥ ਰਿਹਾ ਹੈ ਨਾ। ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਲੈਂਦੇ ਹੋ? ਹਾਂਜੀ, ਉਹ ਕਹਾਵਤ ਹੈ ਅਕਸਰ ਲੰਕਾ ਢਾਹ ਜਾਂਦਾ ਭੇਤੀ ਘਰ ਦਾ। ਤਾਂ ਉਹ ਦੇਖੋ ਤੁਸੀਂ ਵੀ ਰਾਵਣ ਨੇ 3 ਭਾਈ ਸੀ, ਰਾਵਣ, ਕੁੰਭਕਰਨ ਤੇ ਦੂਜਾ ਵਿਭੀਸ਼ਣ। ਔਰ ਵਿਭੀਸ਼ਣ ਜਿਹੜਾ ਉਹ ਬਾਅਦ ਦੇ ਵਿੱਚ ਰਾਮ ਜੀ ਨਾਲ ਆ ਕੇ ਜਿਹੜਾ ਉਹ ਮਿਲ ਜਾਂਦਾ ਹੈਗਾ ਔਰ ਉੱਥੋਂ ਕਹਾਵਤ ਬਣਦੀ ਹੈ ਕਿ ਲੰਕਾ ਜਿਹੜਾ ਢਾਉਂਦਾ ਉਹ ਘਰ ਦਾ ਭੇਤੀ ਢਾਉਂਦਾ। ਇਸ ਚੀਜ਼ ਦਾ ਜ਼ਿਕਰ ਜਿਹੜਾ ਉਹ ਮਿਲਦਾ। ਤੁਸੀਂ ਜਿਹੜਾ ਸਵਾਲ ਕੀਤਾ ਬੇਸਿਕਲੀ ਉਹ ਇਹ ਕਰ ਰਹੇ ਹੋ ਕਿ ਵੀ ਅਕਸਰ ਜਿਹੜੇ ਲੋਕ ਨੇ ਆਪਣੇ ਹੀ ਨੁਕਸਾਨ ਪਹੁੰਚਾਉਂਦੇ ਨੇ, ਇਸ ਚੀਜ਼ ਦਾ ਜ਼ਿਕਰ ਕਰ ਰਹੇ ਹੋ। ਬਿਲਕੁਲ ਨਵਦੀਪ, ਇਹ ਤਾਂ ਹੈਗਾ ਹੀ ਆ। ਜਿਹਨੂੰ ਅੰਦਰ ਦੇ ਭੇਤ ਪਤਾ ਹੋਣ ਵੀ ਇਹ ਸ਼ਖਸ ਦੀਆਂ ਦੁੱਖ ਦੀਆਂ ਰਗਾਂ ਕਿਹੜੀਆਂ ਨੇ, ਤਾਂ ਉਹ ਡੈਫੀਨੇਟਲੀ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ। ਇਹ ਗੱਲ ਇਕੱਲੇ ਸ਼ਖਸ ਤੇ ਨਹੀਂ ਲਾਗੂ ਹੁੰਦੀ, ਇਹ ਗੱਲ ਮੁਲਕਾਂ ਤੇ ਵੀ ਲਾਗੂ ਹੁੰਦੀ ਹੈ, ਇਹ ਗੱਲ ਸਮਾਜ ਤੇ ਵੀ ਲਾਗੂ ਹੁੰਦੀ ਹੈ। ਇਹ ਹਰ ਚੀਜ਼ ਦੇ ਉੱਪਰ ਇਹ ਗੱਲ ਲਾਗੂ ਹੁੰਦੀ ਹੈ ਕਿ ਜਿਸ ਸ਼ਖਸ ਨੂੰ, ਜਿਸ ਮੁਲਕ ਨੂੰ, ਜਿਸ ਖਿੱਤੇ ਨੂੰ, ਜਿਸ ਸੁਸਾਇਟੀ ਨੂੰ ਕਿਸੇ ਦੂਜੇ ਸੁਸਾਇਟੀ ਦਾ, ਦੂਜੇ ਮੁਲਕ ਦਾ, ਦੂਜੇ ਸ਼ਖਸ ਦਾ ਕੋਈ ਗਹਿਰਾ ਰਾਜ਼, ਕੋਈ ਇੱਦਾਂ ਦਾ ਪਤਾ ਹੋਵੇ, ਤਾਂ ਫਿਰ ਉਹ ਡੈਫੀਨੇਟਲੀ ਜ਼ਿਆਦਾ ਨੁਕਸਾਨ ਕਰ ਸਕਦਾ। ਇਹ 'ਚ ਤਾਂ ਕੋਈ ਦੋ ਰਾਵਾਂ ਹੈ ਹੀ ਨਹੀਂ। ਜੀ ਬਿਲਕੁਲ। ਤਾਂ
ਕਾਲਰ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਪੁਖਤਾ ਕੀਤੇ ਗਏ ਨੇ ਤੇ ਤੁਸੀਂ ਜਿਹੜੇ ਸੀਗੇ ਚੌਕਸੀ ਬਾਰੇ ਜਿਹੜਾ ਜ਼ਿਕਰ ਕਰ ਰਹੇ ਸੀ। ਬਿਲਕੁਲ ਨਵਦੀਪ, ਜਿਹੜਾ ਇਹਨਾਂ ਦਿਨਾਂ 'ਚ ਸਾਵਧਾਨੀ ਵਰਤਣ ਦੀ ਲੋੜ ਹੈ, ਕਿਉਂਕਿ ਦੇਖਿਆ ਕਿ ਜਿਵੇਂ ਹੁਣ ਚੰਡੀਗੜ੍ਹ ਸਟੂਡੀਓ ਦੇ 'ਚ ਆਪਾਂ ਗੱਲ ਕਰ ਰਹੇ ਹਾਂ ਤਾਂ ਚੰਡੀਗੜ੍ਹ ਵੀ ਬਹੁਤ ਬਾਹਰੋਂ ਲੋਕ ਆ ਕੇ ਇੱਥੇ ਕੰਮ ਕਰਦੇ ਨੇ, ਚਾਹੇ ਹਿਮਾਚਲ ਦੀ ਗੱਲ ਕਰ ਲਈਏ, ਹਰਿਆਣੇ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ। ਤਾਂ ਮੈਂ ਦੇਖਦਾ ਕਿ ਕਈ ਬੱਸ ਸਟੈਂਡ ਦੇ ਉੱਪਰ ਵੀ ਬਹੁਤ ਲੰਬੀਆਂ ਕਤਾਰਾਂ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਨੇ, ਲੋਕ ਆਪੋ ਆਪਣੇ ਘਰਾਂ ਨੂੰ ਜਾਂਦੇ ਨੇ। ਤਾਂ ਉੱਥੇ ਚੌਕਸੀ ਵਰਤਣ ਦੀ ਲੋੜ ਹੈ, ਕਿਉਂਕਿ ਵੱਡੀ ਗਿਣਤੀ 'ਚ ਲੋਕ ਜਾ ਰਹੇ ਹੁੰਦੇ ਨੇ ਤਾਂ ਸਮਾਨ ਕੋਈ ਇੱਦਾਂ ਦਾ, ਕੋਈ ਬੈਗ, ਕੋਈ ਕਿਸੇ ਤਰੀਕੇ ਦਾ ਕੋਈ ਜਿਹੜੀ ਅਣਜਾਣ ਵਸਤੂ ਉੱਥੇ ਪਈ ਹੋਵੇ ਤਾਂ ਉਹਦੀ ਇਤਲਾਹ ਜਿਹੜੀ ਆ ਉਹ ਪੁਲਿਸ ਨੂੰ ਜ਼ਰੂਰ ਦਿਓ। ਕਿ ਤੁਹਾਡੀ ਪੁਲਿਸ ਦੀ ਤਾਂ ਚਲੋ ਜ਼ਿੰਮੇਵਾਰੀ ਬਣਦੀ ਹੈ, ਪ੍ਰਸ਼ਾਸਨ ਦੀ ਬਣਦੀ ਹੈ ਜ਼ਿੰਮੇਵਾਰੀ ਕਿ ਅਣਸਖਾਵੀ ਘਟਨਾ ਨਾ ਵਾਪਰੇ, ਪਰ ਚੰਗੇ ਸ਼ਹਿਰੀ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹਾ ਕੋਈ ਬੈਗ ਜਾਂ ਕੋਈ ਚੀਜ਼ ਜਿਹੜੀ ਆ ਉਹ ਮਿਲਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿਓ। ਦੂਜੇ ਨੰਬਰ 'ਤੇ ਆਪਾਂ ਗੱਲ ਕਰੀਏ ਤਾਂ ਮਠਿਆਈਆਂ ਦੀ ਗੱਲ ਕਰੀਏ ਤਾਂ ਮਠਿਆਈਆਂ ਦੇ ਵਿੱਚ ਵੀ ਮਿਲਾਵਟ ਹੈ। ਉਹ ਹੁਣ ਕਈ ਖਬਰਾਂ ਇੱਦਾਂ ਦੀਆਂ ਆਈਆਂ ਨੇ, ਜਾਂ ਐਂ ਕਹਿ ਲਈਏ ਕਿ ਜਿਹੜਾ ਸਿਹਤ ਵਿਭਾਗ ਹੈ ਉਹ ਦੀਵਾਲੀ ਦੇ ਨੇੜੇ ਆ ਕੇ ਸਤਰਕ ਹੁੰਦਾ, ਉਹ ਤੋਂ ਪਹਿਲਾਂ ਤਾਂ ਉਹਨੂੰ ਸ਼ਾਇਦ ਕੋਈ ਸੁੱਧ ਬੁੱਧ ਹੁੰਦੀ ਨਹੀਂ। ਫਿਰ ਕਹਿੰਦੇ ਨੇ ਜੀ ਫਲਾਣੇ ਥਾਂ ਤੋਂ ਖੋਆ ਵੀ ਫੜ ਲਿਆ, ਇੰਨੇ ਕੁਇੰਟਲ ਫੜ ਲਿਆ, ਰਾਜਸਥਾਨ ਤੋਂ ਆ ਰਿਹਾ ਸੀ, ਯੂਪੀ ਤੋਂ ਆ ਰਿਹਾ ਸੀ, ਇੱਧਰੋਂ ਆ ਰਿਹਾ ਸੀ, ਉੱਧਰੋਂ ਆ ਰਿਹਾ ਸੀ। ਮੈਂ ਕੱਲ੍ਹ ਪਰਸੋਂ ਵੀ ਖਬਰ ਦੇਖ ਰਿਹਾ ਸੀਗਾ, ਹਰਿਆਣੇ ਦੇ ਵਿੱਚ ਉੱਥੇ ਮਠਿਆਈਆਂ, ਰਸਗੁੱਲੇ, ਗੁਲਾਬ ਜਾਮਣਾ ਤਿਆਰ ਕੀਤੀਆਂ ਹੋਈਆਂ ਸੀ ਔਰ ਬੜੇ ਜਿਹੜੇ ਹੁੰਦੇ ਨੇ ਦੇਗੇ ਹੁੰਦੇ ਨੇ ਉਹਨਾਂ ਦੇ ਵਿੱਚ ਰੱਖੀਆਂ ਹੋਈਆਂ ਸੀ, ਖੁੱਲ੍ਹੀਆਂ ਹੀ ਵਿੱਚ ਮੱਖੀਆਂ ਗਿਰੀਆਂ ਹੋਈਆਂ ਨੇ। ਔਰ ਤੁਸੀਂ ਦੇਖੋ ਕਿ ਉਹੀ ਜਿਹੜਾ ਬਾਅਦ ਦੇ ਵਿੱਚ ਲੋਕਾਂ ਨੂੰ ਪਰੋਸਣੀ ਆ ਉਹਨਾਂ ਨੇ, ਅਤੇ ਉਹ ਛਾਪਾਮਾਰੀ ਕੀਤੀ ਉਹਨਾਂ ਨੇ ਅਤੇ ਉਹ ਅਨਹਾਈਜੀਨਿਕ ਤਰੀਕੇ ਨਾਲ ਰੱਖੀਆਂ ਹੋਈਆਂ ਸੀ, ਤਾਂ ਚਲੋ ਉਹਨਾਂ ਨੂੰ ਨਸ਼ਟ ਕਰਤਾ। ਅਤੇ ਕਹਿੰਦੇ ਕਿ ਜਦੋਂ ਇਹ ਪੂਰਾ ਪ੍ਰਬੰਧ ਕਰ ਲੈਣਗੇ ਸਹੀ, ਫਿਰ ਇਹਨਾਂ ਦਾ ਲਾਇਸੈਂਸ ਦੁਬਾਰਾ ਰੀਨਿਊ ਕਰ ਦਾਂਗੇ। ਮੈਂ ਸੋਚ ਰਿਹਾ ਸੀ ਵੀ ਜਿਨ੍ਹਾਂ ਨੇ ਇੰਨਾ ਪਤਾ ਨਹੀਂ ਪਹਿਲਾਂ ਕਿੰਨਾ ਕੁ ਖਿਲਵਾੜ ਲੋਕਾਂ ਦੀ ਸਿਹਤ ਨਾਲ ਕੀਤਾ ਹੋਊਗਾ, ਅਤੇ ਹੁਣ ਉਹਨਾਂ ਦਾ ਲਾਇਸੈਂਸ ਕਹਿੰਦੇ ਵੀ ਫਿਰ ਰੀਨਿਊ ਕਰ ਦਾਂਗੇ। ਮੇਰੇ ਲਈ ਬੜੀ ਹੈਰਾਨਗੀ ਵਾਲੀ ਗੱਲ ਸੀ। ਔਰ ਇੱਕ ਗੱਲ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਠੀਕ ਹੈ, ਰੌਸ਼ਨੀ ਦਾ ਤਿਉਹਾਰ ਹੈ ਜਿਹੜਾ ਉਹ ਮਨਾ ਰਹੇ ਆ, ਹਿੰਦੁਸਤਾਨ ਦੇ ਵਿੱਚ ਲੋਕ ਮਨਾ ਰਹੇ ਆ ਜਾਂ ਵਿਦੇਸ਼ਾਂ 'ਚ ਪੰਜਾਬੀ ਬੈਠੇ ਮਨਾ ਰਹੇ ਆ, ਪਰ ਇੱਕ ਗੱਲ ਖਿਆਲ 'ਚ ਜ਼ਰੂਰ ਰੱਖਣ ਕਿ ਯੂਕਰੇਨ ਦੇ ਵਿੱਚ ਲੋਕ ਕਿਸ ਹਾਲਾਤਾਂ ਦੇ ਵਿੱਚ ਗੁਜ਼ਰ ਰਹੇ ਆ, ਇਹ ਖਿਆਲ ਰੱਖ ਲੈਣ ਦੀ ਵੀ ਲੋੜ ਹੈ। ਠੀਕ ਹੈ, ਖੁਸ਼ੀ ਤੁਸੀਂ ਮਨਾ ਰਹੇ ਹੋ, ਪਰ ਉਹਨਾਂ ਲੋਕਾਂ ਦੇ ਉੱਪਰ ਅੱਜ ਕੀ ਬੀਤਦੀ ਆ, ਉਹਨਾਂ ਦਾ ਪੂਰੇ ਦਾ ਪੂਰਾ ਮੁਲਕ ਉੱਜੜ ਚੁੱਕਿਆ ਹੈ। ਲੱਖਾਂ ਦੀ ਗਿਣਤੀ, ਮਿਲੀਅਨਸ ਦੇ ਵਿੱਚ ਉਹ ਉੱਥੋਂ ਰਿਫਿਊਜੀ ਹੋ ਚੁੱਕੇ ਨੇ ਲੋਕ। ਉਹ ਜਿਹੜਾ ਕਿ ਹੱਸਦਾ ਵਸਦਾ ਸੀ, ਜਿੱਥੇ ਕਿ ਮੈਡੀਕਲ ਦੀ ਪੜ੍ਹਾਈ ਕਰਨ ਇੱਥੋਂ ਲੋਕ ਜਾਂਦੇ ਸੀ ਯੂਕਰੇਨ ਦੇ ਵਿੱਚ ਕਿ ਉੱਥੇ ਮੈਡੀਕਲ ਦੀ ਪੜ੍ਹਾਈ ਕਰਨ ਜਾਣਾ, ਉਹ ਮੁਲਕ ਅੱਜ ਉੱਜੜ ਚੁੱਕਿਆ ਹੈ। ਉਹਨਾਂ ਦੇ ਬਾਰੇ ਵੀ 2 ਮਿੰਟ ਲਈ, ਜ਼ਿਆਦਾ ਨਹੀਂ ਤਾਂ 2 ਮਿੰਟ ਬੈਠ ਕੇ ਸੋਚ ਲਿਓ ਕਿ ਉਹਨਾਂ ਲੋਕਾਂ ਦਾ ਕੀ ਬਣਿਆ। ਉੱਥੇ ਰਸ਼ੀਆ ਜਿਹੜਾ ਹੁਣ ਉਹ ਪਾਵਰ ਸਟਰਕਚਰ ਦੇ ਉੱਪਰ ਬਹੁਤ ਜ਼ਿਆਦਾ ਹਿੱਟ ਕੀਤਾ ਰਸ਼ੀਆ ਨੇ, ਔਰ ਉੱਥੇ ਦੀ ਇਲੈਕਟ੍ਰਿਸਿਟੀ ਸਪਲਾਈ ਹੈ ਜਿਹੜੀ ਉਹ ਤਕਰੀਬਨ 40% 50% ਜਿਹੜੀ ਆ ਉਹ ਖਤਮ ਹੋ ਚੁੱਕੀ ਹੈ। ਸੋਚੋ ਕਿ ਇੱਕ ਮੁਲਕ ਦਾ ਸਮਝ ਲਓ ਵੀ ਅੱਧਾ ਹਿੱਸਾ ਬਿਜਲੀ ਤੋਂ ਬਿਨਾਂ ਹੋਵੇ, ਔਰ ਆਪਣੇ ਤਾਂ ਚਲੋ ਠੰਡ ਇੰਨੀ ਜ਼ਿਆਦਾ ਨਹੀਂ, ਯੂਕਰੇਨ 'ਚ ਠੰਡ ਹੱਦ ਤੋਂ ਜ਼ਿਆਦਾ ਪੈਂਦੀ ਆ, ਮਤਲਬ ਹੱਦ ਤੋਂ ਜ਼ਿਆਦਾ ਠੰਡ ਉੱਥੇ ਪੈਂਦੀ ਆ। ਔਰ ਉਸ ਮੁਲਕ ਦੇ ਵਿੱਚ ਇਲੈਕਟ੍ਰਿਸਿਟੀ ਨਾ ਹੋਵੇ ਜਿਹਦੇ ਨਾਲ ਘਰਾਂ ਨੂੰ ਹੀਟ ਅਪ ਕਰਨਾ ਹੈ, ਜਾਂ ਗੈਸ ਸਪਲਾਈ ਨਾ ਹੋਵੇ, ਤਾਂ ਸੋਚੋ ਵੀ ਮੈਂ ਦੇਖ ਰਿਹਾ ਸੀ ਵੀਡੀਓ ਇੱਕ ਇੰਟਰਨੈਸ਼ਨਲ ਚੈਨਲ 'ਤੇ, ਉੱਥੇ ਲੱਕੜਾਂ ਦਾ ਪ੍ਰਬੰਧ ਹੁਣ ਲੋਕ ਉੱਥੇ ਕਰ ਰਹੇ ਨੇ, ਉਹ ਕਿ ਕਿਸ ਤਰ੍ਹਾਂ ਬਾਲ ਕੇ ਆਪਣਾ ਰੋਟੀ ਪਾਣੀ ਕਰਨ। ਉਹਦਾ ਵੀ ਇੱਕ ਜ਼ਰੂਰ ਆਪਣੇ ਮਨ ਦੇ ਵਿੱਚ ਇੱਕ ਚੀਜ਼ ਰੱਖਿਓ। ਬੇਸ਼ੱਕ ਤਿਉਹਾਰ ਤੁਸੀਂ ਮਨਾ ਰਹੇ ਹੋ, ਉਹਦੀ ਤੁਹਾਨੂੰ ਬਹੁਤ ਬਹੁਤ ਮੁਬਾਰਕ। ਜੀ ਬਿਲਕੁਲ, ਅਤੇ ਬਲਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ, ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ। ਪਰ ਜਾਂਦੇ ਜਾਂਦੇ ਤੁਹਾਨੂੰ ਜ਼ਰੂਰ ਕਹਾਂਗੇ ਕਿ ਤੁਸੀਂ ਕਿਰਪਾ ਕਰਕੇ ਆਪਣੀ ਸਿਹਤ ਦਾ ਜ਼ਰੂਰ ਧਿਆਨ ਰੱਖਣਾ। ਬਾਹਰ ਦੀਆਂ ਮਿਠਾਈਆਂ ਜਿੰਨੀਆਂ ਘੱਟ ਖਰੀਦਦਾਰੀ ਹੋ ਸਕੇ ਉਨੀ ਹੀ ਜ਼ਿਆਦਾ ਵਧੀਆ। ਘਰ ਦੇ ਵਿੱਚ ਬਣਿਆ ਹੋਇਆ ਖਾਣਾ, ਬਣੀਆਂ ਹੋਈਆਂ ਮਿਠਾਈਆਂ ਹੀ ਖਾਈਦੀਆਂ ਜਾਣ ਤਾਂ ਕਿ ਅਸੀਂ ਆਪਣੇ ਸਰੀਰ ਦੇ ਨਾਲ ਖਿਲਵਾੜ ਨਾ ਕਰੀਏ, ਤੇ ਪਟਾਕੇ ਹੋ ਸਕੇ ਘੱਟ ਚਲਾਇਓ ਤਾਂ ਕਿ ਅਸੀਂ ਪ੍ਰਦੂਸ਼ਣ ਵੀ ਜ਼ਿਆਦਾ ਨਾ ਫੈਲਾਈਏ। ਸੋ ਸਾਰੇ ਜਾਣੇ ਖੁਸ਼ ਰਹੋ, ਆਬਾਦ ਰਹੋ। ਇਸੇ ਤਰ੍ਹਾਂ ਹੀ ਸਾਡੇ ਨਾਲ ਹਰ ਪ੍ਰੋਗਰਾਮ ਦੇ ਵਿੱਚ ਜੁੜਦੇ ਰਹੋ। ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਜੀ।